गुरु नानक अंगद गुरु अमरदास पद बंद। रामदास अर्जुन गुरु बर श्री हर गोबिंद। हरे राय हरे कृष्ण गुर तेग बहादुर चंद। दसवें गोबिंद सिंह गुर नमो चरण अरविंद। एक ओंकार सतगुरु तिह प्रसाद सच होए। वाहिगुरु जी की फतेह विघ्न विनाशन सोए। श्री गुर शब्द कमाए जिन जीते पंच विकार। तैन संतन को बंदना सिर चारणन पर तार। कहाँ बुध प्रभ तुच्छ हमारी वर्ण सकह महिमा जो तिहारी। हम ना सकत कर सिफत तुम्हारी आप ले हो तुम कथा सुधारी। सो कहो टल गुर सेविय अहनस सहज सुभाए। दर्शन परसय गुरु कै जन्म मरण दुख जाए। सतनाम श्री वाहिगुरु साहिब जी चौपाई। एक दिन एक सतगुर की मर्जी संगत हाथ जोड़ के अर्जे। साचे पातशाह यह कहिया चतुर वर्ण ही रहिए चौपाई। एक दिन एक सतगुर की मर्जी। वाहिगुरु जी का खालसा वाहिगुरु जी की फतेह। सत्कारयोग सतगुरां दी साजी नवाजी गुरु प्यारी गुरु सवारी साध संगत जीओ। अंतरयामी किरपा दे खजाने भगत वछल दसां पातशाहियां दी आत्मक जोत। बाणी गुरु शब्द गुरु हाजरा हजूर जाहरा जहूर सर्व कला भारपूर। धन धन साहिब श्री गुरु ग्रंथ साहिब जी महाराज सच्चे पातशाह जी दी पवित्र गोद अंदर बैठ के सतगुरां दे सुंदर इतिहास की कथा सरवण करन दा मौका मिलिया है। सतगुरां दे पवित्र स्थान गुरुद्वारा शहीदां नगर तलन जिला जलंधर विखे जो सतगुरां दे पवित्र इतिहास की लड़ीवार कथा ਆਪਾਂ ਨਿੱਤਾ ਪ੍ਰਤੀ ਸਰਵਣ ਕਰਦੇ ਹਾਂ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਦੇ ਹਨ। ਸਤਿਗੁਰੂ ਜੀ ਦੇ ਦਰਬਾਰ ਵਿੱਚ ਨਿੱਤਾ ਪ੍ਰਤੀ ਬੇਅੰਤ ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਸਤਿਗੁਰੂ ਜੀ ਪਾਸ ਆ ਕੇ ਸਵਾਲ ਕਰਦੇ ਹੈ। ਆਪਣੇ ਮਨਾਂ ਦੇ ਸ਼ੰਕੇ ਸਤਿਗੁਰਾਂ ਤੋਂ ਯਥਾ ਸ਼ਕਤ ਉੱਤਰ ਪ੍ਰਾਪਤ ਕਰਕੇ ਨਿਵਰਤ ਕਰਦੇ ਹਨ। ਇਸੇ ਪ੍ਰਕਾਰ ਤੰਬਾਕੂ ਦੀ ਪੈਦਾਇਸ਼ ਬਾਬਤ ਲੋਕ ਤੰਬਾਕੂ ਕਿਉਂ ਵਰਤਦੇ ਹੈ, ਇਹਨੂੰ ਵਰਤਣ ਦੇ ਨਾਲ ਹਾਨੀ ਕੀ ਹੈ, ਕੀ ਨੁਕਸਾਨ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਵਿਸਥਾਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੂੰ ਦੱਸਿਆ। ਇਸੇ ਪ੍ਰਕਾਰ ਹੋਰ ਵੀ ਬਹੁਤ ਸਾਰੇ ਗੁਰਮਤਿ ਰਹਿਤ ਮਰਿਆਦਾ ਦੇ ਬਚਨ। ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਸਮਦ੍ਰਿਸ਼ਟਾ ਹੋਣਾ ਹੈ। ਗੁਰੂ ਕੇ ਸਿੱਖ ਨੇ 10 ਔਗਣਾਂ ਦਾ ਤਿਆਗ ਕਰਨਾ ਹੈ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ
ਜਿਨ੍ਹਾਂ ਔਗਣਾਂ ਤੋਂ ਬਚਣਾ ਸਤਿਗੁਰੂ ਜੀ ਨੇ ਵਿਸਥਾਰ ਸਹਿਤ ਜੋ ਦੱਸਿਆ ਆਪਾਂ ਬੀਤੇ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ। ਆਓ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਦਰਬਾਰ ਸਜਿਆ ਹੋਇਆ ਹੈ, ਗੁਰੂ ਕੀਆਂ ਬਿਆਨ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਰਹੀਆਂ ਹਨ। ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਨਤਮਸਤਕ ਹੋ ਕੇ ਬੈਠ ਰਹੀਆਂ ਹਨ। ਇਸ ਪ੍ਰਕਾਰ ਸਤਿਗੁਰੂ ਜੀ ਦੀਵਾਨ ਵਿੱਚ ਦਰਬਾਰ ਵਿੱਚ ਸੁਭਾਏਮਾਨ ਹਨ। ਸੰਗਤਾਂ ਦੇ ਨਾਲ ਜੋ ਵਚਨ ਵਿਲਾਸ ਹੁੰਦੇ ਹਨ ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਇੱਕ ਦਿਨ ਅੰਮ੍ਰਿਤ ਸਤ ਗੁਰ ਕੀ ਮਰਜ਼ੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੇ ਵਿੱਚ ਸ਼ੋਭਾਏਮਾਨ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚੰਗਾ ਮੂਡ ਦੇਖ ਕੇ, ਚੰਗੀ ਮਰਜ਼ੀ ਵੇਖ ਕੇ, ਸਤਿਗੁਰੂ ਜੀ ਦੀ ਚੰਗੀ ਇੱਛਾ ਵੇਖ ਕੇ ਕਿ ਸੰਗਤ ਦੇ ਨਾਲ ਵਚਨ ਵਿਲਾਸ ਕਰਨਾ ਚਾਹੁੰਦੇ ਆ, ਪ੍ਰਸੰਨ ਹਨ ਅੱਜ। ਸੋ ਉਸ ਵੇਲੇ ਗੁਰੂ ਕੀ ਸੰਗਤ ਨੇ ਸਤਿਗੁਰੂ ਦੀ ਮਰਜ਼ੀ ਜਾਣ ਕਰਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਜ਼ਰੂਰ ਸਾਡੇ ਸਵਾਲਾਂ ਦਾ ਜਵਾਬ ਦੇਣਗੇ, ਅੱਜ ਹੋਰ ਕਿਸੇ ਜ਼ਰੂਰੀ ਰੁਝੇਵੇਂ ਦੇ ਵਿੱਚ ਨਹੀਂ ਹਨ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਕੇ ਸਿੱਖਾਂ ਨੇ ਇਸ ਪ੍ਰਕਾਰ ਬੇਨਤੀ ਕੀਤੀ। ਗੁਰੂ ਕੀ ਸੰਗਤ ਨੇ ਹੱਥ ਜੋੜ ਕੇ ਅਰਜ਼ ਕੀਤੀ, ਬੇਨਤੀ ਬਿਨੈ ਕੀਤੀ ਕਿ ਸਤਿਗੁਰੂ ਜੀਓ ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਆਪ ਜੀ ਸਾਨੂੰ ਇਸ ਪ੍ਰਕਾਰ ਦੱਸਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਚਤੁਰ ਵਰਨ, ਚਾਰੇ ਵਰਨ ਹੈ ਜਿਹੜੇ, ਕੋਈ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਇਹ ਸਾਰੇ ਹੀ ਰੋਡੇ ਭੋਡੇ ਕਿਉਂ ਹੋ ਗਏ ਹੈ? ਇਹਨਾਂ ਨੇ ਮੁੰਡਨ ਕਿਉਂ ਕਰਾ ਰੱਖਿਆ? ਇਹਨਾਂ ਨੇ ਸਿਰ ਕਿਉਂ ਮੁਨਾਏ ਆ? ਹਜਾਮਤਾਂ ਕਿਉਂ ਕਰਵਾ ਰੱਖੀਆਂ? ਇਸ ਤਰ੍ਹਾਂ ਸਾਰੇ ਮੁੰਨੇ ਹੋਏ ਰੋਡੇ ਭੋਡੇ ਕਿਉਂ ਦਿਖਾਈ ਦਿੰਦੇ ਹਨ? ਮਹਾਰਾਜ ਸੱਚੇ ਪਾਤਸ਼ਾਹ ਜੀਓ ਜਿਹੜੇ ਪਿਛਲੇ ਬੀਤੇ ਹੋਏ 3 ਯੁੱਗ ਹਨ, ਸਤਯੁਗ, ਤ੍ਰੇਤਾ, ਦੁਆਪਰ ਇਤਿਆਦਿਕ, ਸੋ ਉਹਨਾਂ ਯੁੱਗਾਂ ਦੀ ਜੇ ਗੱਲਬਾਤ ਕਰੀਏ ਤੇ ਮਹਾਰਾਜ ਅਸੀਂ ਵਿਖਿਆਤ ਪ੍ਰਗਟ ਹੀ ਇਹ ਪੁਰਾਣਾਂ ਦੇ ਵਿੱਚੋਂ ਜੋ ਉਹਨਾਂ ਯੁੱਗਾਂ ਦੀਆਂ ਗੱਲਾਂ ਲਿਖੀਆਂ ਹਨ ਅਸੀਂ ਸੁਣੀਆਂ ਹਨ। ਆਪ ਜੀ ਦੇ ਦਰਬਾਰ ਦੇ ਵਿੱਚ ਵੀ ਇੱਥੇ ਕੇਸ਼ੋ ਦਾਸ ਪੰਡਤ ਵਰਗੇ, ਉਹਦਾ ਪੁੱਤਰ ਕੁਬਰੇਸ਼ ਅਤੇ ਹੋਰ ਬਹੁਤ ਸਾਰੇ ਵਿਦਵਾਨ ਇਹ ਪੁਰਾਣਾਂ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਆ, ਅਸੀਂ ਉਹਨਾਂ ਕੋਲੋਂ ਸੁਣਿਆ ਹੈ। ਹਾਂ ਮਹਾਰਾਜ ਅਸੀਂ ਇਹ ਸੁਣਿਆ ਕਿ ਪੁਰਾਣੇ 3 ਯੁੱਗਾਂ ਦੇ ਵਿੱਚ ਹੀ ਸਾਰੇ ਲੋਕਾਂ ਦੇ, ਚਾਹੇ ਉਹ ਕਿਸੇ ਵਰਨ ਦੇ ਨਾਲ ਸੰਬੰਧਿਤ ਸੀ, ਸਾਰਿਆਂ ਦੇ ਸਿਰਾਂ ਉੱਤੇ ਕੇਸ ਸਾਬਤ ਸੂਰਤ ਹੁੰਦੇ ਸਨ। ਲੋਕ ਹਾਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸੁਣਿਆ ਹੈ ਕਿ ਲੋਕ ਸ਼ਮਸ ਮੂਛ ਦਾੜੇ ਨੂੰ ਵਧਾ ਕੇ ਰੱਖਦੇ ਸਨ, ਮੁੱਛਾਂ ਨੂੰ ਕੁੰਡਿਆਂ ਕਰਕੇ ਬੜੇ ਵਿਸ਼ੇਸ਼ ਤੌਰ 'ਤੇ ਬਣਾ ਸਵਾਰ ਕੇ ਸੰਭਾਲ ਕੇ ਰੱਖਦੇ ਸਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕੀ ਹੋ ਗਿਆ ਇਹਨਾਂ ਲੋਕਾਂ ਨੂੰ ਕਿ ਇਹ ਸਾਰੇ ਹੀ ਜਿਹੜੇ ਰੋਡੇ ਭੋਡੇ ਹੋ ਗਏ, ਸਿਰ ਮੁੰਨਿਆਂ ਵਾਲੇ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਅਸੀਂ ਉਹਨਾਂ ਨੂੰ ਕੋਈ ਇਹ ਗੱਲ ਕਹਿੰਦੇ ਆ ਵੀ ਪਿਛਲੇ ਯੁੱਗਾਂ ਵਿੱਚ ਸਾਰੇ ਸਾਬਤ ਸੂਰਤ ਹੁੰਦੇ ਸੀ, ਕੋਈ ਕੇਸ ਨਹੀਂ ਸੀ ਕੱਟਦਾ ਕਿਸੇ ਵੀ ਧਰਮ ਦਾ ਬੰਦਾ, ਕਿਸੇ ਵੀ ਵਰਨ ਦਾ ਬੰਦਾ, ਸੋ ਜੇ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਕੇਸ ਕਿਉਂ ਕਟਾ ਦਿੱਤੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਉਹ ਝਗੜਦੇ ਆ, ਅੱਗੋਂ ਸਾਡੇ ਨਾਲ ਲੜਾਈ ਝਗੜਾ ਕਰਦੇ ਆ ਵੀ ਤੁਸੀਂ ਕੌਣ ਹੁੰਦੇ ਆ ਸਾਨੂੰ ਇਹ ਕਹਿਣ ਵਾਲੇ ਵੀ ਤੁਸੀਂ ਕੇਸ ਰੱਖ ਲਓ, ਤੁਸੀਂ ਰੋਡੇ ਭੋਡੇ ਨਾ ਰਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਇਕੱਲੇ ਨੇ ਤਾਂ ਝਗੜਨਾ ਹੀ ਹੈ। ਝਾਗਰਤ ਅਵੈ ਬੰਦ ਪੱਖ ਲਏ, ਤੇ ਇੱਕ ਪੱਖ ਜਾ ਬੰਨ ਲੈਂਦੇ ਆ, ਇੱਕ ਆਪਣਾ ਜੁੱਟ ਜਾ ਬਣਾ ਲੈਂਦੇ ਆ, ਤੇ ਇਸ ਪੱਖ ਦੇ ਵਿੱਚ ਕਿ ਇਹ ਸਿਰ ਮਨਾਉਣਾ ਚੰਗੀ ਗੱਲ ਹੈ, ਇਸ ਦਲੀਲ ਦੇ ਨਾਲ ਉਹ ਝਗੜਦੇ ਹਨ।
ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਸਾਰਾ ਸੰਸਾਰ ਹੀ ਇਕਸਾਰ ਹੋ ਗਿਆ, ਸਾਰੇ ਹੀ ਘੋਨ ਮੋਨ ਜੇ ਹੋਏ ਫਿਰਦੇ ਹਨ। ਤਾਂ ਜੇ ਉਹਨਾਂ ਨੂੰ ਇਹ ਗੱਲ ਪੁੱਛੀਏ ਵੀ ਤੁਸੀਂ ਕੇਸ ਕਿਉਂ ਕਟਾਏ ਆ, ਤੁਸੀਂ ਸਿਰ ਮੂੰਹ ਕਿਉਂ ਮਨਾਉਨੇ ਆ, ਤਾਂ ਅੱਗੋਂ ਸ਼ਰੂਤੀਆਂ ਦੇ, ਵੇਦਾਂ ਦੇ, ਧਾਰਮਿਕ ਪੁਸਤਕਾਂ ਦੇ ਹਵਾਲੇ ਦੇ ਦੇ ਕੇ ਉਹਨਾਂ ਦੇ ਸ਼ਲੋਕ ਉਚਾਰ ਕੇ ਦੱਸਦੇ ਹਨ ਕਿ ਇਹ ਠੀਕ ਹੈ ਵੇਦਾਂ ਅਨੁਸਾਰ। ਸੋਹਣਾ ਸਰੂਪ ਹੁੰਦਾ ਹੈ, ਕੇਸ ਦਾੜੇ ਦੇ ਨਾਲ ਸੋਹਣਾ ਲੱਗਦਾ ਮਨੁੱਖ, ਪਰ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕਰ ਰਹੇ ਆ ਲੋਕ? ਸੁੰਦਰ ਸਰੂਪ ਤੇ ਕਰੂਪਵਾਨ ਰੋਡੇ ਭੋਡੇ ਹੋ ਕੇ ਆਪਣਾ ਸੁੰਦਰ ਸਰੂਪ ਵਿਗਾੜ ਕੇ ਕਰੂਪ ਭੈੜਾ ਜਿਹਾ ਰੂਪ ਬਣਾ ਰਹੇ ਹਨ। ਹਾਂ, ਜਿਵੇਂ ਕਹਿੰਦੇ ਪੁਰਾਣੇ ਸਮਿਆਂ ਵਿੱਚ ਸੁਣਿਆ ਵੀ ਰਾਜਾ ਜੇ ਰਾਜੇ ਨੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਨਾ, ਕੋਈ ਗਲਤੀ ਕਰ ਲੈਂਦਾ ਤੇ ਕੋਈ ਉਹਦੇ ਉੱਤੇ ਦੋਸ਼ ਇਸ ਪ੍ਰਕਾਰ ਦਾ ਲੱਗ ਜਾਂਦਾ, ਕੋਈ ਉਹਦੇ ਚਰਿੱਤਰ ਤੇ ਗੱਲ ਆ ਜਾਂਦੀ, ਤਾਂ ਉਹਦਾ ਮੂੰਹ ਸਿਰ ਮੁੰਨ ਕੇ ਤੇ ਲੋਕਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ, ਪਤਾ ਲੱਗਦਾ ਸੀ ਵੀ ਇਹਨੇ ਕੋਈ ਗੁਨਾਹ ਕੀਤਾ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਸੇ ਗੁਨਾਹੀ ਨੂੰ ਰਾਜੇ ਸਜ਼ਾ ਦਿੰਦੇ ਸਨ ਉਹਦਾ ਮੂੰਹ ਸਿਰ ਮੁੰਨ ਕੇ, ਪਰ ਅੱਜ ਕੱਲ੍ਹ ਤਾਂ ਇਹ ਆਪ ਹੀ ਮਨਾਈ ਫਿਰਦੇ ਆ, ਨਾਇਕ ਨਾ ਸ਼ਰਮ ਹੈ, ਬਿਲਕੁਲ ਵੀ ਭੋਰਾ ਵੀ ਸ਼ਰਮ ਸੰਗ ਨਹੀਂ ਮੰਨਦੇ। ਹਾਂ, ਮਲ ਮੂਤਰ ਵਾਲਾ ਜਿਹੜਾ ਭਾਂਡਾ ਹੈ ਮਲੀਨ ਤੋਂ ਵੀ ਮਲੀਨ, ਗੰਦੇ ਤੋਂ ਵੀ ਗੰਦਾ ਹੈ। ਤੇ ਜਿਹੜਾ ਉਸ ਤਰ੍ਹਾਂ ਜਾ ਇਹ ਮੂੰਹ ਸਿਰ ਮਨਾਉਣ ਵਾਸਤੇ ਵਰਤਦੇ ਹੈ ਤੇ ਕਹਿੰਦੇ ਉਹ ਮਾੜੇ ਇੰਦਰੀਆਂ ਨੂੰ ਵੀ ਲੱਗਦਾ ਹੈ, ਉੱਚੇ ਨੀਵੇਂ ਚੰਮ ਨੂੰ ਵੀ ਲੱਗਦਾ ਹੈ। ਤੇ ਪਵਿੱਤਰ ਮੁਖ ਦੇ ਉੱਤੇ, ਮੂੰਹ ਦੇ ਉੱਤੇ ਤੇ ਪਵਿੱਤਰ ਸਿਰ ਦੇ ਉੱਤੇ ਉਹੀ ਜਿਹੜਾ ਗੰਦਾ ਉਸਤਰਾ ਇਹ ਆਪਣੇ ਸਿਰ ਦੇ ਉੱਤੇ, ਮੂੰਹ ਦੇ ਉੱਤੇ ਨਿਤ ਫਰਾਉਂਦੇ ਹਨ। ਤੇ ਬੜੀ ਬੇਸ਼ਰਮੀ ਦੇ ਨਾਲ ਆਪਣਾ ਮੂੰਹ ਸਿਰ ਅੱਗੇ ਜਾ ਕੇ ਉਹ ਨਾਈ ਦੇ ਅੱਗੇ, ਸਿਰ ਮੁੰਨਣ ਵਾਲੇ, ਹਜਾਮਤ ਕਰਨ ਵਾਲੇ ਦੇ ਅੱਗੇ ਕਰ ਦਿੰਦੇ ਆ। ਇਹਨਾਂ ਦੇ ਕਰਮ ਤਾਂ ਐਸੇ ਆ ਜਿਵੇਂ ਬੇਸ਼ਵਾ ਨਹੀਂ ਹੁੰਦੀ, ਉਹਨੂੰ ਕੋਈ ਸੰਗ ਸ਼ਰਮ ਨਹੀਂ ਹੁੰਦੀ, ਇਸੇ ਤਰ੍ਹਾਂ ਕਹਿੰਦੇ ਸਿਰ ਮੂੰਹ ਮਨਾਉਣ ਵਾਲਿਆਂ ਦੇ ਵੀ ਕਰਮ ਐਸੇ ਹੀ ਹਨ। ਹਾਂ, ਲੋਕ ਪਰਲੋਕ ਦੀ ਸ਼ੋਭਾ ਜਸ ਵਡਿਆਈ ਜਿਹੜੀ ਹੈ ਇਹ ਮੂਰਖ ਲੋਕ ਵਿਗਾੜ ਰਹੇ ਹਨ। ਮੁੰਡਨ ਕਰਾ ਲੈਂਦੇ ਆ, ਮੂੰਹ ਸਿਰ ਮਨਾ ਲੈਂਦੇ ਆ, ਤੇ ਮੂੰਹ ਸਿਰ ਮਨਾ ਕੇ ਵੀ ਕਹਿੰਦੇ ਵੀ ਇਹ ਤਾਂ ਧਰਮ ਹੈ, ਇਹ ਤਾਂ ਧਰਮ ਅਨੁਸਾਰ ਠੀਕ ਹੈ, ਇਸ ਤਰ੍ਹਾਂ ਕਹਿੰਦੇ ਆ ਮੂੰਹ ਸਿਰ ਮਨਾ ਕੇ ਵੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਵੇਂ ਸ਼ੁਰੂ ਹੋਇਆ ਸਿਲਸਿਲਾ? ਕੇਸ ਕਿਉਂ ਮਨਾਉਣ ਲੱਗੇ ਲੋਕ, ਸਾਨੂੰ ਇਹ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਆਪਣੇ ਖਾਲਸੇ ਪੰਥ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕੇਸ ਰਖਾਉਂਦੇ ਹੋ ਕਿ ਸਾਬਤ ਸੂਰਤ ਦਸਤਾਰ ਸਿਰਾਂ ਦਾ ਸਿਧਾਂਤ ਆਪ ਜੀ ਗੁਰੂ ਕੇ ਸਿੱਖਾਂ ਨੂੰ ਦਿੰਦੇ ਹੋ। ਕੇਸਾਂ ਨੂੰ ਆਪ ਜੀ ਨੇ ਕਕਾਰਾਂ ਵਿੱਚ ਸ਼ਾਮਲ ਕੀਤਾ ਹੈ, ਆਪ ਜੀ ਲੋਕਾਂ ਦੇ ਕੇਸ ਰਖਾਉਂਦੇ ਹੋ, ਪਰ ਜਿਹੜੇ ਇਹ ਮਨਾਉਣੇ ਸ਼ੁਰੂ ਕੀਤੇ ਆ ਲੋਕਾਂ ਨੇ, ਵਾਲ ਕਟਾਉਣੇ ਸ਼ੁਰੂ ਕੀਤੇ ਆ, ਇਹ ਕਿਸ ਪ੍ਰਕਾਰ ਸ਼ੁਰੂ ਹੋਇਆ? ਉਸ ਵੇਲੇ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬੇਨਤੀ ਸੁਣ ਕੇ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਇੱਕ ਵਰਤਾਂਤ ਦੱਸਦੇ ਹਨ। ਕਹਿੰਦੇ ਭਾਈ ਗੁਰੂ ਕੀ ਸੰਗਤੇ, ਗੁਰੂ ਕੇ ਖਾਲਸਾ ਜੀ, ਜਿਸ ਵੇਲੇ ਕਹਿੰਦੇ ਪਾਂਡਵਾਂ ਦਾ ਰਾਜ ਛੈ ਹੋ ਗਿਆ, ਖੈ ਹੋ ਗਿਆ, ਨਾਸ਼ ਹੋ ਗਿਆ ਕਲਯੁਗ ਆਉਣ ਤੋਂ ਪਹਿਲਾਂ, ਫਿਰ ਕਹਿੰਦੇ ਬਹੁਤ ਸਾਰਾ ਸਮਾਂ ਲੰਘ ਗਿਆ ਤੇ ਕਲਯੁਗ ਦਾ ਸਮਾਂ ਆ ਗਿਆ, ਕਲਯੁਗ ਲੱਗ ਗਿਆ। ਭੂਪ ਨੰਦ ਕੇ ਭੇਸ਼ ਤਮਾਲਕ, ਕਹਿੰਦੇ ਜਿਹੜੇ ਨੰਦ ਕੇ ਰਾਜੇ ਕਹਿੰਦੇ ਇਸ ਧਰਤੀ ਦੇ ਮਾਲਕ ਬਣੇ, ਨੰਦ ਦੇ ਪੁੱਤਰ ਜਾਂ ਉਹਨਾਂ ਦੀ ਜਿਹੜੀ ਅੱਗੇ ਕੁਲ ਸੀ ਨਾ, ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਨੰਦ ਕੇ ਰਾਜੇ ਹੀ ਕਿਹਾ ਜਾਂਦਾ ਸੀ,
ਕਹਿੰਦੇ ਨੰਦ ਕੇ ਰਾਜੇ ਇਸ ਭੂਮੀ ਦੇ ਮਾਲਕ ਬਣੇ। ਵਧਿਓ ਰਾਜ ਬਹੁ ਸ਼ਸਤਰ ਘਾਲਕ। ਹਾਂ, ਇਹਨਾਂ ਦਾ ਰਾਜ ਭਾਗ ਬਹੁਤ ਵੱਧ ਗਿਆ ਤੇ ਇਹਨਾਂ ਨੇ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ, ਸ਼ਤਰੂਆਂ ਨੂੰ, ਵੈਰੀਆਂ ਨੂੰ ਮਾਰ ਮੁਕਾਇਆ। ਸੀਨ ਨੀਨ ਭੂਪਤ ਸਮੁਦਾਏ। ਜਿੰਨੇ ਵੀ ਰਾਜੇ ਸਨ ਛੋਟੇ ਮੋਟੇ, ਉਹਨਾਂ ਸਾਰਿਆਂ ਤੋਂ ਕਹਿੰਦੇ ਇਹਨਾਂ ਨੇ ਸਾਰੀ ਜਿਹੜੀ ਭੂਮੀ ਸੀ ਉਹ ਖੋਹ ਲਈ, ਉਹਨਾਂ ਦਾ ਰਾਜ ਭਾਗ ਖੋਹ ਕੇ ਆਪਣੇ ਅਧੀਨ ਕਰ ਲਏ। ਮੇਰੀ ਸਭ ਜਗ ਆਪਣ ਦੁਹਾਏ। ਸਾਰੇ ਸੰਸਾਰ ਵਿੱਚ ਆਪਣੀ ਦੁਹਾਈ ਫਿਰਾ ਦਿੱਤੀ, ਆਪਣੀ ਡੌਂਡੀ ਪਟਵਾ ਦਿੱਤੀ, ਆਪਣਾ ਡੰਕਾ ਖੜਕਾ ਦਿੱਤਾ। ਚਾਰੋਂ ਵਰਨ ਚੱਲੇ ਅਨਸਾਰੇ। ਚਾਰੇ ਵਰਨ ਸਨ ਜਿਹੜੇ, ਭਾਵੇਂ ਕੋਈ ਬ੍ਰਾਹਮਣ ਸੀ, ਕੋਈ ਖੱਤਰੀ ਸੀ, ਵੈਸ਼ ਸੀ ਜਾਂ ਸ਼ੂਦਰ ਸੀ, ਸਾਰੇ ਇਹਨਾਂ ਦੇ ਅਨੁਸਾਰੀ ਹੋ ਕੇ ਇਹਨਾਂ ਦੇ ਹੁਕਮ ਦੇ ਮੁਤਾਬਕ ਅਨੁਸਾਰ ਹੀ ਚੱਲਣ ਲੱਗ ਪਏ। ਪਰਸਰਾਮ ਸਮ ਛਤਰੀ ਮਾਰੇ। ਜਿਵੇਂ ਪਰਸਰਾਮ ਨੇ ਛਤਰੀਆਂ ਦੀਆਂ 21 ਕੁਲਾਂ ਖਤਮ ਕਰ ਦਿੱਤੀਆਂ ਸਨ, ਕਹਿੰਦੇ ਇਹਨਾਂ ਨੇ ਵੀ ਬਹੁਤ ਸਾਰੇ ਖੱਤਰੀਆਂ ਦਾ ਨਾਸ਼ ਕੀਤਾ। 1500 ਬਰਸ ਤੱਕ ਰਾਜੋ। 1500 ਸਾਲ ਤੱਕ, ਭਾਵ 1500 ਸਾਲ ਤੱਕ ਇਹਨਾਂ ਦਾ ਰਾਜ ਭਾਗ ਕਾਇਮ ਰਿਹਾ। ਕਰਤ ਰਹੇ ਵੱਡ ਭਇਓ ਸਮਾਜੋ। ਹਾਂ, ਇਹ ਰਾਜ ਕਰਦੇ ਰਹੇ 1500 ਸਾਲਾਂ ਤੱਕ ਜਿਹੜੇ ਨੰਦ ਕੇ ਰਾਜੇ ਸਨ। ਤੇ ਵੱਡ ਭਇਓ ਸਮਾਜੋ, ਇਹਨਾਂ ਕੋਲੇ ਬੜਾ ਸਾਜੋ ਸਮਾਨ ਇਕੱਤਰ ਹੋ ਗਿਆ, ਇਹਨਾਂ ਦਾ ਵੱਡਾ ਸਮਾਜ, ਵੱਡੀ ਪਰਜਾ ਬਣ ਗਈ, ਬਹੁਤ ਰਾਜ ਭਾਗ ਦਾ ਫੈਲਾਅ ਹੋਇਆ। ਸੰਗਿਆ ਸਭਨ ਨੰਦ ਕੇ ਰਹੇ। ਜਿਵੇਂ ਜਿਵੇਂ ਅੱਗੇ ਅੱਗੇ ਇਹਨਾਂ ਦੇ ਰਾਜੇ ਅਗਲੀਆਂ ਕੁਲਾਂ ਵਿੱਚ ਹੁੰਦੇ ਰਹੇ, ਪਰ ਨਾ ਇਹਨਾਂ ਦਾ ਨੰਦ ਕੇ ਰਾਜੇ ਸੰਗਿਆ ਇਹਨਾਂ ਦੀ ਚੱਲਦੀ ਰਹੀ। ਇਹਨਾਂ ਦਾ ਤਖੱਲਸ ਨਹੀਂ ਸੀ ਨਾ ਜਿਹੜਾ, ਉਹ ਨੰਦ ਕੇ ਰਾਜੇ ਹੀ ਇਹਨਾਂ ਨੂੰ ਲੋਕ ਕਹਿੰਦੇ ਰਹੇ। ਏਕ ਵਿਸਾਲ ਵਧਿਓ ਤਿਨ ਮਹੇ। ਕਹਿੰਦੇ ਇਹਨਾਂ ਨੰਦ ਕੇ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀ ਨਾ ਜਿਹੜਾ, ਉਹ ਬਹੁਤ ਵੱਡਾ ਮਹਾਰਾਜਾ ਬਣ ਗਿਆ। ਸੋ ਉਹਦੇ ਕੋਲੇ ਬਹੁਤ ਭਾਰੀ ਜ਼ਮੀਨ ਜਾਇਦਾਦ, ਉਹਦੇ ਰਾਜ ਦਾ ਪਸਾਰਾ ਬਹੁਤ ਵੱਧ ਗਿਆ। ਜੇ ਮਹੀਪ ਤਿਨ ਦੇਸ਼ ਨਿਕਾਰੇ। ਬਾਕੀ ਦੇ ਸਾਰੇ ਰਾਜਿਆਂ ਨੂੰ ਆਪਣੇ ਅਧੀਨ ਕਰ ਲਿਆ, ਇਹਨੇ ਜਿੱਤ ਲਿਆ। ਤੇ ਜਿੱਤ ਕੇ ਜਿੰਨੇ ਵੀ ਰਾਜੇ ਸੀ ਨਾ, ਉਹਨਾਂ ਸਾਰਿਆਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ, ਦੇਸ਼ ਨਿਕਾਲਾ ਦੇ ਦਿੱਤਾ ਰਾਜਿਆਂ ਨੂੰ। ਉਹਨਾਂ ਨੂੰ ਰਾਜ ਦੇ ਵਿੱਚੋਂ ਕੱਢ ਤਾਂ ਦਿੱਤਾ, ਜਿੱਤ ਤਾਂ ਲਿਆ, ਪਰ ਫਿਰ ਵੀ ਉਹਨਾਂ ਦਾ ਤਰਾਸ, ਉਹਨਾਂ ਦਾ ਡਰ ਇਸ ਪ੍ਰਕਾਰ ਇਹ ਨੰਦ ਕੇ ਰਾਜੇ ਦੇ, ਵੱਡੇ ਮਹਾਰਾਜੇ ਦੇ ਦਿਲ ਦੇ ਵਿੱਚ ਰਿਹਾ ਕਿ ਮਤਾਂ ਕਿਤੇ ਇਹ ਸਾਰੇ ਰਾਜੇ ਇਕੱਤਰ ਹੋ ਕੇ ਵਿਪਰਾਂ ਤੋਂ, ਬ੍ਰਾਹਮਣਾਂ ਤੋਂ ਕੋਈ ਬਰਨੀ, ਕੋਈ ਜਾਪ, ਕੋਈ ਯੱਗ ਇਤਿਆਦਿਕ ਕੋਈ ਧਰਮ ਕਰਮ ਨਾ ਕਰਵਾ ਲੈਣ। ਕਿਤੇ ਬਾਹਮਣ ਇਹਨਾਂ ਦੇ ਆਖੇ ਲੱਗ ਕੇ ਕੋਈ ਐਸਾ ਮੰਤਰ ਪੜਨ, ਕਿਤੇ ਮੇਰੇ ਰਾਜ ਭਾਗ ਦਾ ਹੀ ਨਾਸ਼ ਨਾ ਕਰ ਦੇਣ। ਕਿਉਂਕਿ ਜਿਹੜੇ ਇਹ ਬ੍ਰਾਹਮਣ ਆ ਨਾ, ਇਹ ਦੁਰ ਭਾਵ ਲੁਕ ਛਿਪ ਕੇ, ਲੁਕ ਲੁਕ ਕੇ ਮੰਤਰਾਂ ਦਾ ਜਾਪ ਕਰ ਦਿੰਦੇ ਹਨ। ਐਸਾ ਨਾ ਹੋਵੇ ਕਿਤੇ ਲੁਕ ਛਿਪ ਕੇ ਸਾਰੇ ਰਾਜੇ ਬ੍ਰਾਹਮਣਾਂ ਤੋਂ ਕੋਈ ਜਾਪ ਐਸਾ ਕਰਵਾਉਣ, ਕੋਈ ਐਸੇ ਮੰਤਰ ਪੜ੍ਹਾਉਣ ਕਿ ਮੇਰਾ ਜਿਹੜਾ ਰਾਜ ਭਾਗ ਤੇਜ ਪ੍ਰਤਾਪ ਸਾਰਾ ਖੋਹ ਲੈਣ। ਇਹਨੇ ਕੀ ਕੀਤਾ, ਜਦੋਂ ਇਹਨੂੰ ਇਹ ਡਰ ਸਤਾਉਣ ਲੱਗਿਆ ਨਾ ਨੰਦ ਕੇ ਰਾਜੇ ਨੂੰ, ਤਾਂ ਇਹਨੇ ਆਪਣੇ ਸਾਰੇ ਸਚਿਵ, ਅਹਿਲਕਾਰ, ਜਿੰਨੇ ਦੇ ਸਲਾਹਕਾਰ ਸਨ, ਮੰਤਰੀ, ਵਜ਼ੀਰ ਸਨ, ਸਾਰਿਆਂ ਨੂੰ ਸਭਾ ਵਿੱਚ, ਦਰਬਾਰ ਵਿੱਚ ਬੁਲਾ ਲਿਆ। ਤੇ ਇਹਨਾਂ ਸਾਰਿਆਂ ਨੂੰ ਸਜੇ ਹੋਏ ਦਰਬਾਰ ਵਿੱਚ, ਭਰੀ ਸਭਾ ਵਿੱਚ ਨੰਦ ਕੇ ਰਾਜੇ ਨੇ ਆਪਣਾ ਡਰ ਕਹਿ ਕੇ ਸੁਣਾਇਆ ਕਿ ਮੈਨੂੰ ਆਹ ਡਰ ਹੈ, ਕਿਤੇ ਜਿਹੜੇ ਰਾਜੇ ਜਿਨ੍ਹਾਂ ਨੂੰ ਮੈਂ ਦੇਸ਼ ਨਿਕਾਲਾ ਦਿੱਤਾ, ਜਿਨ੍ਹਾਂ ਦਾ ਰਾਜ ਭਾਗ ਮੈਂ ਖੋਹ ਲਿਆ, ਕਿਤੇ ਬ੍ਰਾਹਮਣਾਂ ਪੰਡਤਾਂ ਨੂੰ ਇਕੱਠੇ ਕਰਕੇ ਕੋਈ ਬਰਨੀ ਨਾ ਕਰਵਾ ਲੈਣ, ਕੋਈ ਜਾਪ ਨਾ ਕਰਵਾ ਲੈਣ, ਜਿਹਦੇ ਨਾਲ ਮੇਰੇ ਰਾਜ ਭਾਗ ਦਾ ਨਾਸ਼ ਹੋ ਜਾਵੇ ਮੰਤਰ ਪੜ੍ਹਨ ਦੇ ਨਾਲ। ਇਹ ਮੇਰੇ ਮਨ ਵਿੱਚ ਡਰ ਹੈ। ਤੇ ਤੁਸੀਂ ਸਾਰੇ ਹੁਣ ਇਹਦਾ ਹੱਲ ਦੱਸੋ ਵੀ ਕੀ ਕੀਤਾ ਜਾਵੇ। ਜਦੋਂ ਨੰਦ ਕੇ ਰਾਜੇ ਤੋਂ ਉਹਦੇ ਮੰਤਰੀਆਂ, ਵਜ਼ੀਰਾਂ ਨੇ ਇਹ ਗੱਲ ਸੁਣੀ ਤੇ ਸਾਰਿਆਂ ਨੇ ਮਿਲ ਕੇ ਇੱਕ ਮਸਲਤ, ਇੱਕ ਸਲਾਹ ਕੀਤੀ, ਇੱਕ ਮਤਾ ਪਕਾਇਆ
ਇੱਕ ਸਾਰਿਆਂ ਦੀ ਇੱਕ ਸਾਂਝੀ ਰਾਏ ਬਣੀ ਮੰਤਰ ਸਿੱਧ ਨਾ ਹੋਏ ਵਿਚਾਰੇ। ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਾਰਿਆਂ ਨੇ ਇਹ ਗੱਲ ਆਖ ਦਿੱਤੀ, ਕਹਿੰਦੇ ਰਾਜਾ ਜੀ, ਇਹ ਨੰਦ ਕੇ ਰਾਜੇ, ਉਹਨਾਂ ਬ੍ਰਾਹਮਣਾਂ ਦਾ ਕੋਈ ਮੰਤਰ ਸਿੱਧ ਨਹੀਂ ਹੋਵੇਗਾ। ਹੁਣ ਰਾਜਾ ਕਹਿੰਦਾ ਵੀ ਤੁਹਾਨੂੰ ਕਿਹੜਾ ਉਪਾਅ ਲੱਭ ਗਿਆ, ਮੈਨੂੰ ਵੀ ਦੱਸੋ। ਤਾਂ ਉਹ ਕਹਿਣ ਲੱਗੇ, ਕਹਿੰਦੇ ਵੀ ਜਿੰਨੇ ਵੀ ਪ੍ਰਵੀਨ ਵਿਦਵਾਨ ਬ੍ਰਾਹਮਣ ਪੰਡਤ ਹਨ, ਸਭ ਕੋ ਕੀਜਾ ਕੇਸ਼ ਮਹੀਨਾ। ਕਹਿਣ ਲੱਗੇ ਮਹਾਰਾਜਾ ਜੀ, ਉਹਨਾਂ ਸਾਰਿਆਂ ਨੂੰ ਫੜ ਕੇ ਨਾ ਤੁਸੀਂ ਕੇਸ ਵਿਹੀਨ ਕਰ ਦਿਓ, ਭਾਵ ਰੋਡੇ ਭੋਡੇ ਬਣਾ ਦਿਓ, ਉਹਨਾਂ ਦਾ ਮੂੰਹ ਸਿਰ ਮੁੰਨ ਦਿਓ ਤੇ ਆਪਣੀ ਸ਼ੂਦਰ ਛਾਪ ਉਹਨਾਂ ਤੇ ਲਾ ਦਿਓ। ਕਿਉਂਕਿ ਸ਼ੂਦਰ ਦਾ ਜਿਹੜਾ ਮੂੰਹ ਸਿਰ ਮੁੰਨਿਆ ਜਾਂਦਾ ਸੀ, ਇਹ ਨਿਸ਼ਾਨੀ ਹੁੰਦੀ ਸੀ ਕਿ ਇਹ ਗੁਲਾਮ ਨੇ। ਸੋ ਇਹ ਸਾਰੇ ਮੰਤਰੀ ਸੰਤਰੀ, ਸਾਰੇ ਜਿਹੜੇ ਸਲਾਹਕਾਰ ਸਨ, ਵਜ਼ੀਰ, ਇਹ ਰਾਜੇ ਨੂੰ ਕਹਿੰਦੇ ਸਾਰੇ ਬਾਹਮਣ ਜਿਹੜੇ ਵਿਦਵਾਨ ਹੈ, ਮੰਤਰਾਂ ਦੇ ਗਿਆਤਾ, ਪੜ੍ਹਨ ਵਾਲੇ ਹੈ, ਵਿੱਦਿਆ ਦੇ ਪੜ੍ਹਨ ਵਾਲੇ ਵਿਦਵਾਨ ਹੈ, ਕਹਿੰਦੇ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਮੂੰਹ ਸਿਰ ਮੁੰਨ ਕੇ ਸੂਦਰ ਛਾਪ ਲਾ ਦਿਓ, ਭਾਵ ਉਹਨਾਂ ਦਾ ਸਾਰਿਆਂ ਦਾ ਮੁੰਡਨ ਕਰ ਦਿਓ। ਜਦੋਂ ਉਹਨਾਂ ਦਾ ਸਿਰ ਮੁੰਨਿਆ ਜਾਵੇਗਾ ਤੇ ਉਹਨਾਂ ਦੇ ਮੰਤਰ ਨਿਫਲ ਹੋ ਜਾਣਗੇ, ਕੋਈ ਫਲ ਨਹੀਂ ਦੇਣਗੇ, ਕੋਈ ਮੰਤਰ ਉਹਨਾਂ ਦਾ ਸਿੱਧ ਨਹੀਂ ਹੋਵੇਗਾ, ਫੁਰੇਗਾ ਨਹੀਂ ਤੁਹਾਡੇ ਤੇ। ਜਿੰਨੇ ਮਰਜੀ ਜਾਪ ਰੱਖੀ ਜਾਣ, ਯੱਗ ਕਰੀ ਜਾਣ, ਕਿਸੇ ਦੀ ਬਰਨੀ ਸਿੱਧ ਨਹੀਂ ਹੋਵੇਗੀ, ਕਿਸੇ ਦਾ ਜਾਪ, ਕਿਸੇ ਦੀ ਤਪੱਸਿਆ ਸਫਲੀ ਨਹੀਂ ਹੋਵੇਗੀ। ਭਾਵੇਂ ਅਨੇਕਾਂ ਉਪਾਅ ਕਰਦੇ ਰਹਿਣ, ਜਿੰਨਾ ਮਰਜੀ ਇਹ ਜ਼ੋਰ ਲਾ ਲੈਣ। ਜਦੋਂ ਰਾਜੇ ਨੇ ਇਹ ਗੱਲ ਸੁਣੀ ਤੇ ਮਹਿਪਤ ਜਿਹੜਾ ਰਾਜਾ ਸੀ ਨਾ, ਉਹਦੇ ਮਨ ਨੂੰ ਇਹ ਗੱਲ ਭਾਈ ਚੰਗੀ ਲੱਗੀ। ਜਿੱਥੇ ਕਿਤੇ ਵੀ ਉਹਨੂੰ ਦੱਸ ਪਈ ਵੀ ਸਿਆਣੇ ਬ੍ਰਾਹਮਣ ਪੰਡਤ ਰਹਿੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਲਿਆ ਤੇ ਫਿਰ ਨਿਜ ਬਲ ਕਰਕੇ, ਆਪਣੇ ਜ਼ੋਰ ਦਾ ਪ੍ਰਯੋਗ ਕਰਕੇ, ਆਪਣੀ ਸ਼ਕਤੀ ਵਰਤ ਕੇ ਨਾ ਜ਼ੋਰ ਜ਼ਬਰਦਸਤੀ ਸਾਰਿਆਂ ਦੇ ਸਿਰ ਮੁਨਾ ਦਿੱਤੇ। ਹਾਂ, ਮੁੱਛਾਂ ਦਾੜੀ ਦੇ ਸਮੇਤ ਸਾਰਾ ਮੂੰਹ ਸਿਰ ਉਹਨਾਂ ਦਾ ਮੁੰਨ ਦਿੱਤਾ। ਤੇ ਫਿਰ ਉਸ ਤੋਂ ਬਾਅਦ ਕੀ ਕੀਤਾ, ਉਹਨਾਂ ਦਾ ਜਦੋਂ ਮੂੰਹ ਸਿਰ ਮੁੰਨ ਦਿੱਤਾ ਨਾ, ਉਹਨਾਂ ਵਿੱਚੋਂ ਕਈਆਂ ਨੂੰ ਲਾਲਚ ਦੇ ਕੇ, ਜਿਹੜੇ ਵਿਦਵਾਨ ਸਨ, ਕਵਿਤਾ ਲਿਖ ਲੈਂਦੇ ਸਨ, ਸੋ ਉਹਨਾਂ ਨੂੰ ਲਾਲਚ ਦਿੱਤਾ ਵੀ ਜਿਹੜੇ ਧਰਮ ਗ੍ਰੰਥ ਆ ਨਾ, ਇਹ ਹਿੰਦੂ ਮਤ ਦੇ, ਸਨਾਤਨ ਮਤ ਦੇ, ਪੁਰਾਣ ਕੁਰਾਨ ਜਿਹੜੇ ਹੈਗੇ ਆ, ਇਹਨਾਂ ਦੇ ਸਿਮਰਤੀਆਂ ਵਗੈਰਾ, ਪੁਰਾਣ ਵਗੈਰਾ, ਖਟ ਸ਼ਾਸਤਰ ਆ ਜਿਹੜੇ, ਇਹਨਾਂ ਦੇ ਵਿੱਚ ਕਹਿੰਦੇ ਇਹ ਤੁਕਾਂ ਪਾ ਦਿਓ ਲਿਖ ਕੇ ਵੀ ਜਿਹੜੇ ਕੇਸ ਮੁੰਨਣੇ ਇਹ ਧਰਮ ਹੈ, ਹਿੰਦੂ ਨੂੰ ਕੇਸ ਰੱਖਣੇ ਨਹੀਂ ਚਾਹੀਦੇ। ਇਸ ਪ੍ਰਕਾਰ ਸ਼ਲੋਕ ਬਣਵਾ ਕੇ ਬਹੁਤ ਗ੍ਰੰਥਾਂ ਵਿੱਚ ਪਵਾ ਦਿੱਤੇ ਗਏ। ਬਹੁਤ ਸਾਰੇ ਜਿਹੜੇ ਮਸ਼ਹੂਰ ਗ੍ਰੰਥ ਸਨ, ਉਹਨਾਂ ਦੇ ਵਿੱਚ ਲਿਖਵਾ ਦਿੱਤੇ। ਜਦੋਂ ਸਾਰੇ ਸੰਸਾਰ ਦੇ ਬਾਹਮਣਾਂ ਨੂੰ ਰਾਜੇ ਨੇ ਮੁੰਡਨ ਕਰ ਦਿੱਤਾ, ਉਹਨਾਂ ਦਾ ਮੂੰਹ ਸਿਰ ਮੁੰਨ ਦਿੱਤਾ, ਤੇ ਫਿਰ ਗੁਰਮੁਖ ਪਿਆਰਿਓ ਮਿਲੀ ਤਾਂ ਉਹਨਾਂ ਨੂੰ ਸਜ਼ਾ ਸੀ। ਰਾਜੇ ਨੇ ਜਾਣ ਬੁੱਝ ਕੇ ਉਹਨਾਂ ਦੇ ਮੁੰਨੇ ਸੀ, ਪਰ ਇਹ ਵੀ ਧਰਮ ਬਖਾਨਤ ਭੇਦ ਤਬ, ਕਹਿੰਦੇ ਇਹ ਇਸੇ ਨੂੰ ਧਰਮ ਦੱਸਣ ਲੱਗ ਪਏ ਵੀ ਇਹ ਜਿਹੜਾ ਮੂੰਹ ਸਿਰ ਮਨਾਉਣਾ ਨਾ, ਇਹ ਤਾਂ ਧਰਮ ਦਾ ਇੱਕ ਅੰਗ ਹੈ, ਜ਼ਰੂਰੀ ਹੈ ਵੀ ਮੂੰਹ ਸਿਰ ਮਨਾਇਆ ਜਾਣਾ ਚਾਹੀਦਾ ਹੈ। ਤਾਂ ਅਸੀਂ ਦੁੱਖਣ, ਪਰ ਦੁੱਖਣ ਨੂੰ ਭੂਖਣ ਬਣਾ ਲਿਆ। ਕਿਉਂਕਿ ਕਈ ਵਾਰ ਬੰਦਾ ਆਪਣੇ ਲਾਲਚ ਵਸ ਨਾ, ਜਿਹੜਾ ਉਹਦਾ ਮਾੜਾ ਕਰਮ ਹੋਵੇ ਉਹਨੂੰ ਵੀ ਚੰਗਾ ਬਣਾ ਕੇ ਪੇਸ਼ ਕਰਦਾ ਹੈ ਕਿ ਮੈਨੂੰ ਲੋਕ ਚੰਗਾ ਸਮਝਣ। ਹੁਣ ਜਿਹੜੇ ਇਹ ਮੂੰਹ ਸਿਰ ਮੁੰਨੇ ਹੋਏ ਸਿਜਦਾ ਦੇ, ਇਹਨਾਂ ਨੇ ਵੇਦਾਂ ਦੇ ਸ਼ਲੋਕ ਜਿਹੜੇ ਵਿੱਚ ਰਲਾ ਪੈਦਾ ਕੀਤਾ ਸੀ, ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ। ਸੋ ਉਹ ਸ਼ਲੋਕ ਸੁਣਾ ਕੇ ਕਹਿਣ ਲੱਗੇ ਕਿ ਮੂੰਹ ਸਿਰ ਮਨਾਉਣਾ ਤਾਂ ਧਰਮ ਦੀ ਗੱਲ ਹੈ, ਧਰਮ ਦੀ ਨਿਸ਼ਾਨੀ ਹੈ। ਹਾਂ, ਤੇ ਪੜ੍ਹ ਕੇ ਸ਼ਲੋਕ ਸੁਣਾਉਂਦੇ ਆ ਵੀ ਆਹ ਦੇਖੋ ਧਰਮ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ।
ਤੇ ਜਿੰਨੇ ਕੋਈ ਖੱਤਰੀ ਸੀ, ਵੈਸ਼ਨੋ ਸੀਗੇ ਜਿਹੜੇ ਵੈਸ਼ ਸਨ, ਸੋ ਬਾਕੀ ਵਰਨਾਂ ਵਾਲਿਆਂ ਦਾ ਵੀ ਸਾਰਿਆਂ ਦਾ ਇਹਨਾਂ ਨੇ ਮੂੰਹ ਸਿਰ ਮਨਾ ਦਿੱਤਾ। ਇਉਂ ਧਰਮ ਗ੍ਰੰਥਾਂ ਦੇ ਰੈਫਰੈਂਸ ਦੇ ਕੇ, ਹਵਾਲੇ ਦੇ ਕੇ, ਪ੍ਰਮਾਣ ਦੇ ਕੇ। ਸਕਲ ਲੋਕ ਹੈ ਪਸ਼ੂ ਸਮਾਨੇ। ਕਹਿੰਦੇ ਜਿਹੜੇ ਲੋਕ ਹੈ, ਪਰਜਾ ਦੇ ਲੋਕ ਹੈ, ਜਗਤ ਦੇ ਲੋਕ ਹੈ, ਇਹ ਤਾਂ ਪਸ਼ੂਆਂ ਵਰਗੇ ਹਨ। ਤੇ ਬ੍ਰਾਹਮਣ ਹੈ ਜਿਹੜੇ ਇਹਨਾਂ ਪਸ਼ੂਆਂ ਨੂੰ, ਡੰਗਰਾਂ ਨੂੰ ਚਾਰਨ ਵਾਲੇ ਬਣ ਗਏ। ਹਾਂ, ਜਿਵੇਂ ਕੋਈ ਜਿਹੜੇ ਡੰਗਰ ਚਰਾਉਣ ਵਾਲੇ ਹੈ, ਪਸ਼ੂ ਚਾਰਨ ਵਾਲੇ ਹੈ, ਉਹ ਹੱਥ ਵਿੱਚ ਸੋਟੀ ਫੜ ਕੇ ਤੇ ਉਹ ਡੰਗਰਾਂ ਨੂੰ ਮਾਰਦੇ ਆ, ਇਸ਼ਾਰਾ ਕਰਦੇ ਆ ਵੀ ਇੱਧਰ ਮੁੜ ਜਾਓ, ਇੱਧਰ ਮੁੜ ਜਾਓ। ਇਸੇ ਤਰ੍ਹਾਂ ਕਹਿੰਦਾ ਸੰਸਾਰ ਦੇ ਲੋਕ ਡੰਗਰਾਂ ਵਰਗੇ ਬਣ ਗਏ, ਤੇ ਜਿਹੜੇ ਸ਼ਲੋਕਾਂ ਰੂਪੀ, ਵੇਦਾਂ ਦੇ ਗ੍ਰੰਥਾਂ ਦੇ ਹਵਾਲਿਆਂ ਰੂਪੀ ਜਿਹੜੇ ਡੰਡੇ, ਲਸ਼ਟਕਾ, ਸੋਟੀਆਂ ਮਾਰ ਮਾਰ ਕੇ ਸੰਸਾਰ ਦੇ ਲੋਕਾਂ ਨੂੰ ਇਉਂ ਇਹ ਚਰਾਉਂਦੇ ਹਨ। ਹਾਂ, ਕਹਿੰਦੇ ਜਿਹਨੂੰ ਜਿਵੇਂ ਚਲਾਉਣਾ ਚਾਹੁੰਦੇ ਆ ਉਵੇਂ ਹੀ ਚਲਾਉਂਦੇ ਆ, ਆਪਣੀ ਮਰਜ਼ੀ, ਮਨ ਮਰਜ਼ੀ ਕਰਨ ਲੱਗ ਪਏ। ਭਗਤ ਕਬੀਰ ਸਾਹਿਬ ਨੇ ਵੀ ਗੁਰਬਾਣੀ ਵਿੱਚ ਹਵਾਲਾ ਦਿੱਤਾ ਨਾ, ਬ੍ਰਾਹਮਣ ਗੁਰੂ ਹੈ ਜਗਤ ਕਾ। ਇਹ ਗੱਲ ਵੱਖਰੀ ਹੈ ਵੀ ਨਾਲ ਲਿਖ ਦਿੱਤਾ ਕਿ ਭਗਤਨ ਕਾ ਗੁਰ ਨਾਹੇ, ਅਰਧ ਉਰਧ ਕੈ ਪਚ ਮੂਆ, ਚਾਰੋਂ ਵੇਦੋਂ ਮਾਹੇ। ਜਗਤ ਦਾ ਗੁਰੂ ਬਣ ਬੈਠਾ ਸੀ ਬ੍ਰਾਹਮਣ। ਸੋ ਆਪਣੀ ਮਰਜ਼ੀ ਦੇ ਨਾਲ ਹੀ ਧਰਮ ਗ੍ਰੰਥਾਂ ਵਿੱਚ ਰਲਾ ਪੈਦਾ ਕਰ ਦਿੱਤਾ, ਆਪਣੀ ਮਨ ਮਰਜ਼ੀ ਦੀਆਂ ਤੁਕਾਂ ਪਾ ਦਿੱਤੀਆਂ ਤੇ ਉਹਨਾਂ ਦੇ ਹਵਾਲੇ ਦੇ ਕੇ ਪਸ਼ੂਆਂ ਵਰਗੇ ਲੋਕਾਂ ਨੂੰ ਸ਼ਲੋਕਾਂ ਰੂਪੀ ਡੰਡੇ ਮਾਰ ਮਾਰ ਕੇ ਜਿੱਧਰ ਚਾਹਿਆ ਉਧਰ ਨੂੰ ਤੋਰਿਆ। ਸਾਰੇ ਬ੍ਰਾਹਮਣਾਂ ਨੇ ਆਪਣੇ ਮੂੰਹ ਸਿਰ ਮਨਾ ਦਿੱਤੇ। ਹਾਂ, ਇਹਨਾਂ ਨੂੰ ਤਾਂ ਮਿਲੀ ਸੀ ਸਜ਼ਾ, ਪਰ ਦੂਜੇ ਲੋਕਾਂ ਨੂੰ ਵੀ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਇਸ ਰਸਤੇ ਚਲਾ ਦਿੱਤਾ। ਤੇ ਇਸ ਪ੍ਰਕਾਰ ਜਗਤ ਝੂਠ ਜਿਹੜਾ ਤੰਬਾਕੂ ਵੀ ਅੰਗੀਕਾਰ ਕਰ ਲਿਆ, ਇਹ ਤੰਬਾਕੂ ਵੀ ਵਰਤਣ ਲੱਗ ਪਏ ਸਭ ਲੋਕ। ਤੇ ਸਿਰ ਮੁੰਨਿਆਂ ਦਾ ਪੰਥ ਦਾ ਵਿਸਥਾਰ ਹੋ ਗਿਆ। ਜਿਹੜੇ ਸਿਰ ਮਨਾਉਣ ਵਾਲੇ ਰੋਡੇ ਭੋਡੇ ਸਨ, ਉਹਨਾਂ ਦਾ ਬਹੁਤਾ ਵਿਸਥਾਰ ਹੋ ਗਿਆ। ਇਹ ਰਸਤੇ, ਇਸ ਪੰਥ ਤੇ ਲੋਕ ਬਹੁਤ ਚੱਲ ਪਏ। ਇਸ ਪ੍ਰਕਾਰ ਕਹਿੰਦੇ ਕਲਯੁਗ ਦੇ ਵਿੱਚ ਇਹਨਾਂ ਦੋਨਾਂ ਕੁਰੀਤੀਆਂ ਵਿੱਚ ਲੋਕ ਪੈ ਗਏ। ਜਿੱਥੇ ਕਿਤੇ ਵੀ ਦੇਖਦੇ ਆ ਬਹੁਤ ਸਾਰੇ ਹੋ ਗਏ, ਹਰ ਪਾਸੇ ਕਲਯੁਗ ਦਾ ਪਸਾਰਾ ਵੱਧ ਗਿਆ। ਲੋਕ ਸਿਰ ਮੂੰਹ ਵੀ ਮਨਾਉਣ ਲੱਗ ਪਏ ਤੇ ਨਾਲ ਨਾਲ ਤੰਬਾਕੂ ਆਦਿਕ ਵੀ ਵਰਤਣ ਲੱਗ ਪਏ। ਇਸ ਪ੍ਰਕਾਰ ਇਹਨਾਂ ਦਾ ਬਹੁਤ ਸਾਰਾ ਪਸਾਰਾ ਹੋ ਗਿਆ। ਜਦੋਂ ਖਾਲਸੇ ਨੇ, ਗੁਰੂ ਕੇ ਸੰਗਤ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ ਵੀ ਜਿਸ ਦਿਨ ਤੋਂ ਉਹ ਨੰਦ ਕੇ ਰਾਜੇ ਨੇ ਇਹਨਾਂ ਨੂੰ ਸਜ਼ਾ ਦਿੱਤੀ ਸੀ, ਉਸ ਦਿਨ ਤੋਂ ਇਹ ਰੀਤੀ ਚੱਲੀ ਹੈ। ਉਸ ਦਿਨ ਤੋਂ ਸਿਰ ਮੂੰਹ ਮਨਾਉਣ ਦਾ ਰਿਵਾਜ ਚੱਲਿਆ ਹੈ। ਹਾਂ, ਸੰਸਾਰ ਦੇ ਵਿੱਚ ਕਹਿੰਦੇ ਫਿਰ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਗਿਆ। ਇਹ ਜਿਹੜੀ ਵਿਪਰੀਤ ਸੀ, ਭੈੜੀ ਰੀਤ ਸੀ, ਜਾਂ ਬ੍ਰਾਹਮਣਾਂ ਦੀ ਚਲਾਈ ਹੋਈ ਵਿਪਰਾਂ ਦੀ ਰੀਤ ਸੀ, ਇਹਦੇ ਵਿੱਚ ਬਹੁਤ ਵਾਧਾ ਹੋਇਆ ਕਲਯੁਗ ਦੇ ਸਮੇਂ। ਰਾਜੇ ਨੇ, ਨੰਦ ਕੇ ਰਾਜੇ ਨੇ ਜਿਹੜਾ ਇਹਨਾਂ ਨੂੰ ਦੰਡ ਦਿੱਤਾ ਸੀ, ਸਜ਼ਾ ਦਿੱਤੀ ਸੀ, ਸੋ ਉਸ ਨੂੰ ਕਹਿੰਦੇ ਇਹਨਾਂ ਨੇ ਧਰਮ ਦੇ ਰੂਪ ਵਿੱਚ ਅਸਥਾਪਨ ਕਰ ਲਿਆ। ਉਹਨੂੰ ਇਹਨਾਂ ਨੇ ਧਰਮ ਹੀ ਬਣਾ ਲਿਆ ਕਿ ਜਿਹੜਾ ਮੂੰਹ ਸਿਰ ਮਨਾਉਣਾ ਹੈ, ਤੰਬਾਕੂ ਖਾਣਾ, ਇਹ ਤਾਂ ਧਰਮ ਦਾ ਅੰਗ ਹੈ। ਕਹਿੰਦੇ ਉਦੋਂ ਤੋਂ ਲੈ ਕੇ ਕਹਿੰਦੇ ਹੁਣ ਇਹ ਲੋਕ ਆ ਨਾ ਜਿਹੜੇ ਮੂੰਹ ਸਿਰ ਮੁੰਨਿਆਂ ਵਾਲੇ, ਹਜਾਮਤਾਂ ਵਾਲੇ, ਰੋਡੇ ਭੋਡੇ, ਕਹਿੰਦੇ ਉਦੋਂ ਤੋਂ ਲੈ ਕੇ ਫਿਰ ਇਹਨਾਂ ਨੇ ਝਗੜਨਾ ਸ਼ੁਰੂ ਕਰ ਦਿੱਤਾ। ਕਿਉਂਕਿ ਇੱਕ ਤਾਂ ਇਹਨਾਂ ਦੇ ਹੱਥ ਰੈਫਰੈਂਸ ਆ ਗਏ, ਧਰਮ ਗ੍ਰੰਥਾਂ ਦੇ ਹਵਾਲੇ ਆ ਗਏ, ਤੇ ਦੂਜਾ ਇਹਨਾਂ ਦੀ ਬਹੁ ਗਿਣਤੀ ਹੋ ਗਈ। ਫਿਰ ਮੈਜੋਰਟੀ ਵਾਲੇ ਜਿਹੜੇ ਉਹ ਆਪਣਾ ਪੱਖ ਤਾਂ ਰੱਖਦੇ ਹੀ ਆ ਨਾ ਭਾਈ ਹਰ ਜਗ੍ਹਾ ਤੇ। ਇੱਥੇ ਆਪਾਂ ਬ੍ਰਾਹਮਣਾਂ ਦੀ, ਹਿੰਦੂਆਂ ਦੀ ਗੱਲ ਛੱਡੋ, ਮੁਸਲਮਾਨਾਂ ਦੀ ਗੱਲ ਛੱਡੋ, ਜੈਨੀਆਂ ਬੋਧੀਆਂ ਦੀ ਗੱਲ ਛੱਡੋ, ਸਾਡੇ ਸਰਦਾਰਾਂ ਦੇ, ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ ਬੱਚੇ ਬੱਚੀਆਂ, ਉਹਨਾਂ ਨੂੰ ਇਹ ਗੱਲ ਕਹਿ ਦਈਏ ਵੀ ਕੇਸ ਰੱਖਣਾ ਧਰਮ ਹੈ, ਕੇਸ ਕੱਟਣਾ ਕੋਈ ਧਰਮ ਨਹੀਂ, ਤੇ ਉਹ ਵੀ ਅੱਗੋਂ ਵੱਢ ਖਾਣ ਨੂੰ ਪੈਂਦੇ ਆ ਨਾ। ਉਹ ਵੀ ਝਗੜਾ ਕਰਦੇ ਆ, ਲੈ ਜੀ ਤੁਹਾਨੂੰ ਕੀ ਪਤਾ, ਇਹ ਤਾਂ ਅੱਜ ਕੱਲ੍ਹ ਦਾ ਫੈਸ਼ਨ ਹੈ।
ਤੇ ਉਹ ਕਈਆਂ ਨੇ ਤਾਂ ਵਾਲ ਇੱਦਾਂ ਕਟਾਏ ਹੁੰਦੇ ਐ, ਸਿਰ ਦੇ ਉੱਤੇ ਨਾ ਦੋਵੇਂ ਪਾਸੇ ਇੱਦਾਂ ਲਟਕਦੇ ਹੁੰਦੇ ਆ, ਜਿਵੇਂ ਨਾ ਉਹ ਕਿਸੇ ਖੇਤ ਦੇ ਵਿੱਚੋਂ ਹਰਾ ਵੱਢਣ ਵਾਲੇ ਨੇ ਖੋਤੇ ਦੇ ਉੱਤੇ ਪੱਠੇ ਨਹੀਂ ਲੱਦੇ ਹੁੰਦੇ, ਇਉਂ ਪਾਸੇ ਜਿਹੇ ਨੂੰ ਡਿੱਗੇ ਹੁੰਦੇ ਆ ਕਈਆਂ ਦੇ। ਕੰਨਾਂ ਜਾਂ ਦੇ ਕੋਲੋਂ ਚੰਗੀ ਤਰ੍ਹਾਂ ਘਰੜ ਕਰਕੇ ਮੁੰਡਾਏ ਹੁੰਦੇ ਐ, ਤੇ ਸਿਰ ਦੇ ਉਤਲੇ ਪਾਸੇ ਵੱਡੀ ਸਾਰੀ ਛਤਰੀ ਜੀ ਕੁੱਕੜ ਕਲਗੀਆਂ ਜਾਂ ਰੱਖੀ ਫਿਰਦੇ ਆ ਕਈ ਤਾਂ। ਤੇ ਕਈਆਂ ਨੇ ਇਸ ਤਰ੍ਹਾਂ ਦਾ ਉਹ ਜੈਲ ਜੀ ਲਾ ਕੇ ਇਉਂ ਵਾਲ ਖੜੇ ਕੀਤੇ ਹੁੰਦੇ, ਜਿਵੇਂ ਬਾਂਦਰ ਨਹੀਂ ਦਿਖਦਾ ਹੁੰਦਾ, ਤੇ ਬਾਂਦਰ ਦੇ ਉਤਲੇ ਵਾਲ ਜੇ ਸਿਰ ਦੇ ਟੋਪੀ ਸਿਰ 'ਤੇ ਵਾਲ ਜੇ ਖੜੇ ਹੁੰਦੇ ਆ। ਕਈਆਂ ਨੇ ਇਸ ਤਰ੍ਹਾਂ ਦਾ ਬਣਾਇਆ ਹੁੰਦਾ, ਜੇ ਪੁੱਛੋ ਵੀ ਆਹ ਕੀ ਕੀਤਾ, ਕਹਿਣਗੇ ਜੀ ਫੈਸ਼ਨ ਹੈ। ਲੱਖ ਲਾਹਨਤ ਇਹੋ ਜਿਹੇ ਫੈਸ਼ਨ ਦੇ, ਜਿਹੜਾ ਤੁਹਾਨੂੰ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦਾ, ਜਾਨਵਰਾਂ ਵਰਗਾ ਦਿਖਾਈ ਦੇਣ ਲਾ ਦਿੰਦਾ ਹੈ। ਸੋ ਜਦੋਂ ਕਿਸੇ ਨੂੰ ਕਹੋ ਵੀ ਕੇਸ ਨਹੀਂ ਕੱਟਣੇ ਚਾਹੀਦੇ, ਦਾੜਾ ਨਹੀਂ ਕੱਟਣਾ ਚਾਹੀਦਾ, ਸਾਫ ਸੂਰਤ ਰਹਿਣਾ ਇਹ ਗੁਰੂ ਕਾ ਹੁਕਮ ਹੈ, ਤੇ ਅੱਗੋਂ ਝਗੜਾ ਕਰਦੇ ਆ, ਬਹੁਤ ਦਲੀਲਾਂ ਦੇਣਗੇ। ਕਈ ਤਾਂ ਇੱਥੋਂ ਤੱਕ ਕਹਿਣਗੇ ਜੀ ਕੇਸਾਂ ਦੀ ਸਾਂਭ ਸੰਭਾਲ ਵਾਸਤੇ ਤਾਂ ਕਹਿੰਦੇ ਖਰਚਾ ਹੀ ਬੜਾ ਹੋ ਜਾਂਦਾ ਹੈ। ਹਾਂ, ਹੋਰ ਤੁਸੀਂ ਖਰਚਾ ਨਹੀਂ ਕਰਦੇ, ਤੁਸੀਂ ਮੋਬਾਈਲ ਨਹੀਂ ਚਲਾਉਂਦੇ, ਤੁਸੀਂ ਕੋਈ ਖਾਂਦੇ ਪੀਂਦੇ ਨਹੀਂ, ਤੁਸੀਂ ਕੋਈ ਪਾਰਟੀਆਂ ਦੇ ਵਿੱਚ ਨਹੀਂ ਜਾਂਦੇ, ਵਿਆਹਾਂ ਸ਼ਾਦੀਆਂ 'ਤੇ ਨਹੀਂ ਖਰਚਾ ਕਰਦੇ, ਕੇਸਾਂ ਵਾਲਾ ਖਰਚਾ ਤੁਹਾਨੂੰ ਬਹੁਤ ਚੁੱਭਦਾ ਹੈ। ਕਹਿਣਗੇ ਜੀ ਕੇਸ ਰੱਖੋਗੇ ਤਾਂ ਦੇਖੋ ਕੇਸਾਂ ਦੇ ਉੱਤੇ ਕਹਿੰਦੇ ਸ਼ੈਂਪੂ ਲਾਉਣਾ ਪੈਣਾ ਹੈ, ਤੇ ਇਹਨਾਂ ਨੂੰ ਰੋਜ਼ ਸੰਵਾਰਨਾ ਪੈਣਾ, ਟਾਈਮ ਬਹੁਤ ਲੱਗ ਜਾਂਦਾ, ਇਹਨਾਂ ਵਾਸਤੇ ਦਸਤਾਰ ਬੰਨ੍ਹਣੀ ਪੈਂਦੀ, ਬੜੀਆਂ ਦਲੀਲਾਂ ਦੇਣਗੇ। ਤੇ ਕਹਿੰਦੇ ਜੀ ਆਹ ਦੇਖੋ ਸਾਡਾ ਮੂੰਹ ਸਿਰ ਮੁੰਨਿਆ ਹੋਇਆ, ਸਿਰ ਦੇ ਉੱਤੇ ਪਾਣੀ ਦਾ ਜੱਗ ਪਾਇਆ, ਤੇ ਐਂ ਹੇਠਾਂ ਪੈਰਾਂ ਤੱਕ ਕਹਿੰਦੇ ਇੱਕੇ ਜੱਗ ਨਾਲ ਨਹਾ ਕੇ ਮਿੰਟੋ ਮਿੰਟੀ ਤਿਆਰ ਹੋ ਜਾਈਦਾ। ਆਪਣੀ ਤਰਫੋਂ ਫਾਇਦੇ ਸੁਣਾਉਣਗੇ, ਪਰ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਜਿੰਨੇ ਪੈਸੇ ਤੁਸੀਂ ਕੇਸ ਕਟਾਉਣ 'ਤੇ ਲਾ ਦਿੰਦੇ ਹੋ ਨਾ, ਉਸ ਤੋਂ ਕਿਤੇ ਅੱਧੇ ਵੀ ਨਹੀਂ ਲੱਗਦੇ ਕੇਸਾਂ ਦੀ ਸਾਂਭ ਸੰਭਾਲ ਵਾਸਤੇ। ਤਾਂ ਜਿਹੜੇ ਕੇਸਾਂ ਨੂੰ ਤੁਸੀਂ ਕਟਾਉਂਦੇ ਹੋ, ਉਹਨਾਂ 'ਤੇ ਜੈਲ ਲਾਉਂਦੇ ਹੋ, ਸ਼ੈਂਪੂ ਤੁਸੀਂ ਵੀ ਲਾਉਂਦੇ ਹੋ, ਉਹ ਖਰਚਾ ਤਾਂ ਉਨੇ ਦਾ ਉਨਾ ਹੀ ਹੈ। ਤੇਲ ਤੁਸੀਂ ਵੀ ਵਰਤਦੇ ਹੋ, ਤੁਸੀਂ ਹਫ਼ਤੇ ਕੁ ਬਾਅਦ ਨਾਈ ਦੇ ਜਾ ਕੇ ਬੈਠੇ ਹੁੰਦੇ ਹੋ। ਹੁਣ ਤਾਂ ਖੈਰ ਚਲੋ ਨਾਈ ਸ਼ਬਦ ਘੱਟ ਵਰਤਦੇ ਆ, ਤੇ ਹੁਣ ਤਾਂ ਹੇਅਰ ਸੈਲੂਨ, ਬਿਊਟੀ ਸੈਲੂਨ, ਬੜੇ ਤਰ੍ਹਾਂ ਤਰ੍ਹਾਂ ਦੇ ਨਾਂ ਚੱਲ ਪਏ ਆ। ਉੱਥੇ ਜਾ ਕੇ ਤੇ ਫਿਰ ਉਹ ਭਾਈਆਂ ਨੇ ਤਾਂ ਕਟਾਉਣੇ ਸੀ, ਬੀਬੀਆਂ ਵੀ ਕਟਾਉਣ ਲੱਗ ਪਈਆਂ। ਪੁਰਾਣੇ ਸਮਿਆਂ ਦੇ ਵਿੱਚ ਨਾ ਜੇਕਰ ਕੋਈ ਸਿਰ ਤੋਂ ਚੁੰਨੀ ਵੀ ਉਤਾਰ ਦਿੰਦੀ ਬੀਬੀ, ਤੇ ਇਹ ਸਮਝਿਆ ਜਾਂਦਾ ਸੀ ਕਿ ਇਹਦਾ ਪਤੀ ਚੜ੍ਹਾਈ ਕਰ ਗਿਆ, ਇਹ ਵਿਧਵਾ ਹੋ ਗਈ ਹੈ। ਉਹਦੇ ਵਾਲ ਕੱਟ ਦਿੱਤੇ ਜਾਂਦੇ ਸੀ ਵੀ ਇਹ ਧਰਮ ਦੀ ਮਰਿਆਦਾ, ਬ੍ਰਾਹਮਣਾਂ ਦੇ ਕਹੇ ਵੀ ਇਹ ਮੁੰਡਨ ਕਰਾਉਣਾ ਜ਼ਰੂਰੀ ਹੈ, ਵੀ ਇਹਦਾ ਪਤੀ ਚੜ੍ਹਾਈ ਕਰ ਗਿਆ, ਉਹਨੂੰ ਕਹਿੰਦੇ ਸੀ ਇਹ ਸਿਰੋਂ ਮੁੰਨੀ ਹੈ। ਤੇ ਅੱਜ ਕੱਲ੍ਹ ਤਾਂ ਮਾਫ਼ ਕਰਨਾ ਗੁਰਮੁਖ ਪਿਆਰਿਓ, ਜਿੰਨੀਆਂ ਕੁ ਸਾਡੇ ਨੌਜਵਾਨ ਬੱਚੇ ਬੱਚੀਆਂ, ਤੇ ਉਹਨਾਂ ਨੂੰ ਜਦੋਂ ਵੇਖਦੇ ਆ, ਤੇ ਉਹਨਾਂ ਨੂੰ ਵੇਖ ਕੇ ਜੇ ਪੁਰਾਣੀ ਇਹ ਗੱਲ 'ਤੇ ਲਾਈਏ ਨਾ ਆਪਾਂ ਵੀ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਸੀ, ਉਹਦਾ ਮੂੰਹ ਸਿਰ ਮੁੰਨਿਆ, ਉਹਦਾ ਸਿਰ ਮੁੰਨ ਦਿੱਤਾ ਜਾਂਦਾ ਸੀ, ਉਹਦੇ ਸਿਰ 'ਤੇ ਚੁੰਨੀ ਨਹੀਂ ਸੀ ਹੁੰਦੀ, ਤੇ ਅੱਜ ਤੇ ਇਉਂ ਲੱਗਦਾ ਵੀ ਜਿਉਂਦਾ ਹੀ ਕਿਸੇ ਦਾ ਨਹੀਂ ਹੈ। ਇਉਂ ਲੱਗਦਾ ਵੀ ਕਿਸੇ ਦਾ ਪਤੀ ਜਿਉਂਦਾ ਹੀ ਨਹੀਂ, ਹਰੇਕ ਦਾ ਹੀ ਸਿਰ ਮੁੰਨਿਆ, ਹਰੇਕ ਨਹੀਂ। ਉਹ ਕਹਿਣਗੇ ਜੀ ਪੋਨੀ ਬਣਾਉਣੀ ਹੈ। ਇਹ ਪੋਨੀ ਪਤਾ ਕਿਹਨੂੰ ਕਹਿੰਦੇ ਹੈ? ਪੋਨੀ ਦਾ ਮਤਲਬ ਹੈਗਾ ਵੀ ਜਿਹੜੀ ਖੋਤੇ ਦੀ ਪੂਛ ਹੁੰਦੀ ਹੈ, ਤੇ ਖੋਤੇ ਦੀ ਪੂਛ ਜਿਹੜੀ ਰੱਖਣੀ ਹੈ ਉਹ ਕਾਹਦਾ ਫੈਸ਼ਨ ਹੈ? ਗੁਰੂ ਕੇ ਵਾਕਾਂ ਤੋਂ ਅੱਜ ਅਸੀਂ ਬੇਮੁਖ ਹੋ ਗਏ ਹਾਂ। ਸਾਬਤ ਸੂਰਤ ਦਸਤਾਰ ਸਿਰਾ ਸਤਿਗੁਰ ਨੇ, ਕਿਉਂਕਿ ਸਤਿਗੁਰੂ ਤੋਂ ਅਸੀਂ ਸਿਆਣੇ ਤਾਂ ਨਹੀਂ। ਤੁਸੀਂ ਹੁਣ ਸਟੇਜ ਤੋਂ ਕਥਾ ਸੁਣ ਕੇ ਤਾਂ ਬਹੁਤ ਕਹਿ ਦੇਣਗੇ ਵੀ ਭਾਈ ਸਾਹਿਬ ਤਾਂ ਐਵੇਂ ਸਾਡੇ 'ਤੇ ਲਾ ਕੇ ਗੱਲਾਂ ਕਹੀ ਗਏ, ਐਵੇਂ ਸਾਨੂੰ ਕਹੀ ਗਏ, ਅੱਜ ਕੱਲ੍ਹ ਦਾ ਫੈਸ਼ਨ ਹੈ। ਗੁਰੂ ਪਿਆਰਿਓ, ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਤਾਂ ਗੁਰੂ ਕੀ ਮੱਤ ਹੈ। ਤੇ ਗੁਰਮੱਤ ਕੀ ਕਹਿੰਦੀ ਹੈ? ਗੁਰ ਕੀ ਮੱਤ ਤੂੰ ਲੇਹੇ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਤੋਂ ਬਿਨਾਂ ਤਾਂ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਉਹ ਡੁੱਬ ਗਏ ਆ, ਤੇ ਅਸੀਂ ਕਿਹਦੇ ਪਾਣੀ ਹਾਰ, ਕਿਹੜੇ ਬਾਗ ਦੀ ਮੂਲੀ ਹੈ? ਜਿੰਨੀਆਂ ਮਰਜੀ ਸਿਆਣਪਾ ਚੱਕੀ ਫਿਰੀਏ, ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਗੁਰੂ ਅੱਗੇ ਇੱਕ ਨਹੀਂ ਚੱਲਣੀ। ਜਦੋਂ ਲੇਖਾ ਹੋਣਾ ਨਾ, ਫਿਰ ਬਿਨ ਕੇਸਾਂ ਸਿਰ ਕੁੱਟੀਆਂ ਝੰਗਾਰੈ, ਕੌਣ ਛਡਾਏ ਹੈ। ਜਦੋਂ ਕੇਸਾਂ ਤੋਂ ਬਿਨਾਂ ਜਿਹੜੇ ਹੋਣਗੇ, ਸਤਿਗੁਰੂ 10ਵੇਂ ਪਾਤਸ਼ਾਹ ਜੀ ਦੇ ਬਚਨ ਹੈ, ਕਹਿੰਦੇ ਭਾਈ ਫਿਰ ਉਹ ਝੰਗਾੜਾਂ ਮਾਰਨਗੇ, ਚੀਕਣਗੇ, ਤੇ ਕਹਿੰਦੇ ਕੌਣ ਛਡਾਵੇਗਾ ਉਹਨਾਂ ਨੂੰ? ਗੁਰੂ ਹੀ ਛਡਾ ਸਕਦਾ। ਤੇ ਜਿਹੜਾ ਮੂੰਹ ਸਿਰ ਮੁੰਨੇ ਵਾਲਾ ਗੁਰੂ, ਉਹਦਾ ਜਾਮਣ ਥੋੜ੍ਹੀ ਬਣੇਗਾ। ਜਿਹਨੇ ਗੁਰੂ ਦੀ ਗੱਲ ਨਹੀਂ ਮੰਨੀ, ਗੁਰੂ ਉਹਦੀ ਕਿਉਂ ਮੰਨੇਗਾ? ਆਪਾਂ ਜੇ ਕਿਸੇ ਦੀ ਗੱਲ ਨਾ ਮੰਨੀਏ ਤੇ ਆਪਾਂ ਕਿਉਂ ਤੋਂ ਉਮੀਦ ਰੱਖਦੇ ਹਾਂ ਵੀ ਸਾਡੀ ਮੰਨੇਗਾ? ਹਾਂ, ਕਹਿਣ ਸੁਣਨ ਨੂੰ ਅਸੀਂ ਗੁਰੂ ਕੇ ਸਿੱਖ ਹਾਂ, ਸਾਡੇ ਨਾਂ ਨਾਲ ਵੀ ਸਿੰਘ ਲੱਗਦਾ, ਨਾਂ ਨਾਲ ਵੀ ਕੌਰ ਲੱਗਦਾ ਹੈ,
ਪਰ ਕੇਸ ਗੁਰੂ ਕੀ ਮੋਹਰ ਇਸ ਤੋਂ ਅਸੀਂ ਸਖਣੇ ਹੈ। ਮੋਹਰ ਨਾ ਲੱਗੀ ਹੋਵੇ ਨਾ ਗੁਰਮੁਖ ਪਿਆਰੋ ਨੋਟ ਦੇ ਉੱਤੇ, ਚਾਹੇ 100 ਦਾ ਨੋਟ ਹੈ, ਚਾਹੇ 500 ਦਾ ਅਤੇ ਚਾਹੇ 2000 ਦਾ। ਮੈਂ 1000 ਦਾ ਕਹਿਣ ਲੱਗਿਆ ਸੀ, ਪਰ ਉਹ ਤਾਂ ਅੱਜ ਕੱਲ੍ਹ ਕਿਉਂਕਿ ਖ਼ਤਮ ਕਰਤਾ ਨਾ, ਮੋਦੀ ਸਾਹਿਬ ਦੀ ਮਿਹਰਬਾਨੀ ਹੋ ਗਈ, ਅਤੇ ਮੈਂ 1000 ਦਾ ਕਹਿਣ ਲੱਗਿਆ ਸੀ। ਅਤੇ ਪਰ 1000 ਦੇ ਵੀ ਉਦਾਹਰਨ ਲੈ ਲਓ, 1000 ਦੇ ਜਿੰਨੇ ਮਰਜ਼ੀ ਚੱਕੀ ਫਿਰੋ, ਕਿਉਂਕਿ ਉਹਨਾਂ ਨੂੰ ਮਾਨਤਾ ਨਹੀਂ ਨਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ, ਅਤੇ ਉਹ ਚੱਲਦੇ ਆ ਕਿਤੇ, ਜਿਹਦੇ ਕੋਲੇ ਮਰਜ਼ੀ ਲੈ ਜਾਓ, ਅਗਲਾ ਪਰਾਂ ਵਗਾ ਕੇ ਮਾਰੂ ਵੀ ਇਹ ਤਾਂ ਖੋਟਾ, ਇਹ ਨਹੀਂ ਚੱਲਦਾ। ਅਤੇ ਜਦੋਂ ਅਸੀਂ ਦਰਗਾਹ ਵਿੱਚ ਜਾਵਾਂਗੇ ਕੇਸਾਂ ਤੋਂ ਬਿਨਾਂ, ਅਤੇ ਅਸੀਂ ਚੱਲਾਂਗੇ ਉੱਥੇ, ਜਮਾਂ ਨੇ ਪਟਕਾ ਕੇ ਮਾਰਨੇ ਵੀ ਖੋਟੇ ਹੈ, ਖਰੇ ਨਹੀਂ ਹੈਗੇ। ਪਟਕਾ ਕੇ ਮਾਰਨਾ ਵੀ ਇਹ ਖਰੇ ਨਹੀਂ ਹੈਗੇ, ਖੋਟੇ ਹੈ ਤਾਂ। ਅਤੇ ਕਿਸੇ ਨੂੰ ਵੈਸੇ ਇੱਥੇ ਆਪਾਂ ਕਹਿ ਦਈਏ ਵੀ ਉਹ ਬੰਦਾ ਬੜਾ ਖੋਟਾ ਅਤੇ ਕਿੰਨਾ ਗੁੱਸਾ ਕਰਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਪਸ਼ਟ ਕਹਿ ਰਹੇ ਹੈ, ਕਹਿੰਦੇ ਜਿਹੜਾ ਕੇਸਾਂ ਤੋਂ ਬਿਨਾਂ, ਮੇਰੀ ਮੋਹਰ ਤੋਂ ਬਿਨਾਂ, ਉਹ ਖੋਟਾ ਹੈ। ਕਿਸੇ ਵੀ ਦੇਸ਼ ਦੀ ਕਰੰਸੀ ਉਸ ਦੇਸ਼ ਦੀ ਸਰਕਾਰ ਦੀ ਮਾਨਤਾ ਪ੍ਰਾਪਤ ਬੈਂਕ ਦੀ ਮੋਹਰ ਤੋਂ ਬਿਨਾਂ ਖੋਟੀ ਹੈ। ਅਤੇ ਗੁਰਮੁਖ ਪਿਆਰੋ, ਗੁਰੂ ਕਾ ਸਿੱਖ, ਗੁਰੂ ਕੀ ਮੋਹਰ ਕੇਸਾਂ ਤੋਂ ਬਿਨਾਂ ਖੋਟਾ ਨਹੀਂ ਚੱਲੇਗਾ ਕਿਤੇ ਵੀ। ਆ ਜਿਹੜੀਆਂ ਟੋਪੀਆਂ ਲੈਂਦੇ ਆ, ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਦੇ ਬਾਹਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਲਿਖ ਕੇ ਲਾਇਆ ਹੁੰਦਾ, ਭਾਈ ਟੋਪੀ ਪਾ ਕੇ ਆਉਣਾ ਮਨ੍ਹਾ ਹੈ, ਕਿਉਂਕਿ ਗੁਰੂ ਕੀ ਮਰਿਆਦਾ ਹੈ। ਜਿਹੜੇ ਸਿੱਖ ਹੋ ਕੇ ਨਾਂ ਦੇ ਨਾਲ ਸਿੰਘ ਲੱਗਦਾ ਹੈ, ਸਿੱਖਾਂ ਦੇ ਘਰੇ ਜਨਮੇ ਹੈ, ਅਤੇ ਟੋਪੀਆਂ ਪਾਈ ਫਿਰਦੇ ਆ ਸਾਡੇ ਵੀਰ ਭੈਣਾਂ, ਉਹਨਾਂ ਵਾਸਤੇ ਗੁਰੂ ਕੇ ਬਚਨ ਸੁਣੋ ਕਰੜਾ ਜਿਹਾ ਦਿਲ ਕਰਕੇ। ਸਤਿਗੁਰੂ ਦਾ ਪਤਾ ਕੀ ਵਾਕ ਹੈ ਰਹਿਤਨਾਮਿਆਂ ਦੇ ਵਿੱਚ, ਸਤਿਗੁਰੂ ਜੀ ਕਹਿੰਦੇ, ਹੋਏ ਸਿੱਖ ਸਿਰ ਟੋਪੀ ਧਰੈ। ਹੋਵੇ ਤਾਂ ਸਿੱਖਾਂ ਦਾ ਮੁੰਡਾ ਕਹੇ ਮੈਂ ਤਾਂ ਜੀ ਸਿੱਖਾਂ ਦੇ ਸਰਦਾਰਾਂ ਦੇ ਘਰ ਵਿੱਚ ਜਨਮਿਆ, ਉਹਦਾ ਭਾਵੇਂ ਮੂੰਹ ਸਿਰ ਮੁੰਨਿਆ ਹੀ ਹੋਵੇ, ਜੇ ਕੋਈ ਬਾਬੂ ਜੀ ਕਹਿ ਦੇ ਨਾ, ਭਈਆ ਜੀ ਕਹਿ ਦੇ, ਤੇ ਬੜਾ ਗੁੱਸਾ ਕਰਦੇ, ਤੈਨੂੰ ਪਤਾ ਨਹੀਂ ਮੈਂ ਸਰਦਾਰਾਂ ਦਾ ਮੁੰਡਾ, ਮੈਂ ਸਰਦਾਰਾਂ ਦੇ ਘਰ ਜਨਮਿਆ। ਉਹ ਜੰਮਿਆ ਤਾਂ ਸਰਦਾਰਾਂ ਦੇ ਘਰ ਹੈ, ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਪਰ ਤੂੰ ਕੀ ਹੈ? ਕੋਈ ਨਾ ਕਹਿੰਦੇ ਬਾਦਸ਼ਾਹ ਦਾ ਪੁੱਤਰ, ਅਤੇ ਹੱਥ ਦੇ ਵਿੱਚ ਉਹਨੇ ਡਾਂਗ ਸੋਟੀ ਫੜੀ ਹੋਈ ਐ, ਘੁਮਾਉਂਦਾ ਹੋਇਆ, ਅਤੇ ਰਸਤੇ ਵਿੱਚ ਜਾਂਦਾ ਤੁਰਿਆ, ਅਤੇ ਲਲਕਾਰੇ ਮਾਰਦਾ ਜਾਂਦਾ, ਕਹਿੰਦਾ ਪਰੇ ਹਟ ਜਾਓ, ਤੁਹਾਨੂੰ ਪਤਾ ਨਹੀਂ ਮੈਂ ਬਾਦਸ਼ਾਹ ਦਾ ਪੁੱਤਰ ਹੈ, ਹਉ ਸੁਲਤਾਨੇ ਪੂਤ। ਕਿਸੇ ਨੇ ਪੁੱਛਿਆ ਕੌਣ ਹੈ? ਕਹਿੰਦਾ ਹਉ ਸੁਲਤਾਨੇ ਪੂਤ। ਕਹਿੰਦੇ ਵੀ ਇਹ ਤਾਂ ਅਸੀਂ ਜਾਣਦੇ ਹਾਂ ਵੀ ਤੇਰਾ ਪਿਤਾ ਸੁਲਤਾਨ ਆ, ਅਸੀਂ ਤਾਂ ਇਹ ਪੁੱਛਦੇ ਹਾਂ ਵੀ ਤੂੰ ਕੌਣ ਹੈ? ਸਰਦਾਰ ਤਾਂ ਸਾਡਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲਾ ਹੈ, ਪਰ ਦੁਨੀਆ ਦੇ ਲੋਕਾਂ ਨੇ ਪੁੱਛਣਾ, ਸਿੱਖੋ ਤੁਸੀਂ ਕੌਣ ਹੋ? ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਕੀ ਜਵਾਬ ਦੇਵਾਂਗੇ? ਫਿਰ ਲੋਕਾਂ ਨੇ ਬਾਬੂ ਜੀ ਕਹਿਣਾ, ਭਈਆ ਜੀ ਕਹਿਣਾ। ਅੱਜ ਪਤਾ ਹੀ ਨਹੀਂ ਲੱਗਦਾ ਵੀ ਭਈਆਂ ਦੇ ਬੱਚੇ ਆ ਕਿ ਸਾਡੇ ਸਿੱਖਾਂ ਦੇ ਬੱਚੇ ਆ। ਸ਼ੰਕਰ ਵਰਨ ਹੋਇਆ ਪਿਆ, ਇੱਕੋ ਜਿਹੇ ਆ ਸਾਰੇ। ਕਿਹਨੂੰ ਕੀ ਕਹੀਏ, ਕੀ ਨਾ ਕਹੀਏ? ਸਰਦਾਰਾਂ ਦੇ ਘਰਾਂ ਦੇ ਵਿੱਚ ਜੰਮੇ ਹੋਏ ਬੱਚੇ, ਸਿਰਾਂ ਦੇ ਉੱਤੇ ਟੋਪੀਆਂ ਪਾਈਆਂ, ਅਤੇ ਗੁਰੂ ਘਰਾਂ ਵਿੱਚ ਵੀ ਟੋਪੀਆਂ ਪਾ ਕੇ ਆ ਜਾਂਦੇ ਆ। ਫਿਰ ਪ੍ਰਬੰਧਕਾਂ ਨੂੰ, ਸੇਵਾਦਾਰਾਂ ਨੂੰ ਬੜੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ, ਉਹ ਭਾਈ ਇਹ ਗੁਰੂ ਕੀ ਮਰਿਆਦਾ ਦੇ ਵਿਰੁੱਧ ਹੈ, ਕੈਪਰੀ ਪਾ ਕੇ ਨਾ ਆਓ, ਸਾਦਾ ਲਿਬਾਸ ਪਹਿਨ ਕੇ ਆਓ, ਭੜਕੀਲਾ ਲਿਬਾਸ ਨਾ ਪਾ ਕੇ ਆਓ, ਗੁਰੂ ਘਰ ਦੇ ਵਿੱਚ ਪੂਰੇ ਵਸਤਰ ਪਹਿਨ ਕੇ ਆਓ, ਅੰਗ ਪ੍ਰਦਰਸ਼ਨ ਨਾ ਕਰੋ, ਇੱਥੇ ਆ ਕੇ ਤੁਸੀਂ ਕਿਸੇ ਪਿਕਨਿਕ 'ਤੇ ਨਹੀਂ ਆਏ, ਤੁਸੀਂ ਗੁਰੂ ਘਰ ਮੱਥਾ ਟੇਕਣ ਆਏ ਹੋ ਸ਼ਰਧਾ ਭਾਵਨਾ ਦੇ ਨਾਲ। ਕਿਸੇ ਰਾਜੇ ਦੇ, ਦੁਨਿਆਵੀ ਕਿਸੇ ਅਫਸਰ ਦੇ ਜਾਣਾ ਹੋਵੇ ਨਾ, ਤੁਸੀਂ ਡੀਸੀ ਤਹਿਸੀਲਦਾਰ ਦੇ, ਉੱਥੇ ਇਹੋ ਜਿਹੇ ਕੱਪੜੇ ਪਾ ਕੇ ਜਾਂਦੇ ਹੋ? ਨਹੀਂ, ਉੱਥੇ ਤਾਂ ਤੁਸੀਂ ਐਂ ਕੈਜੂਅਲ ਪੂਰੇ ਬਣ ਠਣ ਕੇ, ਭੱਦਰ ਪੁਰਸ਼ ਬਣ ਕੇ, ਜੈਂਟਲਮੈਨ ਬਣ ਕੇ ਜਾਂਦੇ ਹੋ ਵੀ ਕਿਤੇ ਸਾਨੂੰ ਕੋਈ ਕਹਿ ਨਾ ਦੇਵੇ। ਕਿਸੇ ਇੰਟਰਵਿਊ 'ਤੇ ਜਾਣਾ ਹੋਵੇ ਨਾ, ਉੱਥੇ ਕੈਪਰੀ ਪਾ ਕੇ ਜਾਂ ਟੋਪੀ ਜੀ ਪਾ ਕੇ ਜਾ ਕੇ ਦਿਖਾਇਓ, ਅਗਲੇ ਨੇ ਵਗਾ ਕੇ ਫਾਈਲ ਮਾਰਨੀ ਹੈ ਵੀ ਤੈਨੂੰ ਢੰਗ ਨਹੀਂ ਕੱਪੜੇ ਕਿੱਦਾਂ ਦੇ ਪਾਈਦੇ ਆ ਗਿਆ ਇੱਥੇ ਨੌਕਰੀ ਕਰਨ, ਇਹੀ ਕਹਿਣਾ ਨਾ ਅਫਸਰਾਂ ਨੇ। ਪਰ ਜਿਹੜਾ ਪੂਰੀ ਦੁਨੀਆ ਦਾ ਮਾਲਕ ਹੈ, ਉਹਦੇ ਦਰਬਾਰ ਵਿੱਚ ਆਉਣ ਵੇਲੇ ਅਸੀਂ ਸੋਚਦੇ ਹੀ ਨਹੀਂ ਵੀ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਆ ਗਏ ਹਾਂ। ਅਸੀਂ ਟੋਪੀ ਪਾ ਕੇ ਆ ਗਏ ਹਾਂ, ਅਸੀਂ ਕੈਪਰੀ ਪਾ ਕੇ ਆਏ ਹਾਂ, ਲੱਤਾਂ ਅੰਗ ਪ੍ਰਦਰਸ਼ਨ ਕਰਦੇ ਫਿਰਦੇ ਹਾਂ, ਬੀਬੀਆਂ ਵੀ ਭਾਈ ਵੀ। ਜੇ ਕਿਸੇ ਨੂੰ ਕਹੋ ਤਾਂ ਕਹਿਣਗੇ ਜੀ ਨਹੀਂ, ਗੁਰੂ ਘਰ ਤੁਹਾਡਾ ਇਕੱਲਿਆਂ ਦਾ ਤਾਂ ਸਾਂਝਾ। ਵੀ ਸਾਂਝਾ ਤਾਂ ਇਹ ਥੋੜ੍ਹੀ ਹੈ ਵੀ ਇੱਥੇ ਮਨਮਰਜ਼ੀ ਚੱਲੇਗੀ, ਕੋਈ ਗੁਰਮਰਿਆਦਾ ਵੀ ਹੁੰਦੀ ਹੈ, ਮਰਿਆਦਾ ਦਾ ਵੀ ਖਿਆਲ ਰੱਖਣਾ ਪੈਂਦਾ। ਮਰਿਆਦਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਨਾ। ਅਨੁਸ਼ਾਸਨ ਤੋਂ ਬਿਨਾਂ ਕੋਈ ਸਿਸਟਮ ਨਹੀਂ ਚੱਲ ਸਕਦਾ। ਅਨੁਸ਼ਾਸਨਹੀਣ ਸਰਕਾਰਾਂ ਨਹੀਂ ਚੱਲਦੀਆਂ, ਅਨੁਸ਼ਾਸਨਹੀਣ ਪੰਚਾਇਤ ਹੋਵੇ ਉਹ ਨਹੀਂ ਪਿੰਡ ਦੇ ਵਿੱਚ 6 ਮਹੀਨੇ ਕੱਟ ਸਕਦੀ।
ਅਨੁਸ਼ਾਸਨਹੀਣ ਘਰ ਦਾ ਕੋਈ ਜੀ ਹੋ ਜੇ, ਘਰ ਦੇ ਵੀ ਫਿਰ ਵਿਦਾਵਾ ਲਿਖਾ ਕੇ ਅਖਬਾਰ ਵਿੱਚ ਕਢਾ ਦਿੰਦੇ ਆ, ਬੇਦਖਲੀ ਨੋਟਿਸ ਲਿਖਾ ਦਿੰਦੇ ਵੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਲੈਣ ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਅਨੁਸ਼ਾਸਨ ਤੋਂ ਬਿਨਾਂ ਕੀ ਹੈ? ਤੇ ਅਸੀਂ ਗੁਰੂ ਘਰ ਬਿਨਾਂ ਅਨੁਸ਼ਾਸਨ ਤੋਂ ਆਈਏ। ਸੁਣੋ ਧਿਆਨ ਨਾਲ, ਸਤਿਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮ ਕੁਸ਼ਟੀ ਹੋਏ ਮਰੇ। ਕਹਿੰਦੇ 7 ਜਨਮ ਕੋਹੜ ਦਾ ਰੋਗ ਹੋ ਕੇ ਮਰੇਗਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ 7 ਜਨਮ ਕੋਹੜ ਦਾ ਰੋਗੀ ਹੋ ਕੇ ਮਰੇਗਾ। ਹੁਣ ਸੋਚ ਲਓ ਵੀ ਕੋਹੜ ਦਾ ਰੋਗੀ ਜਿਹਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚ ਪੱਕਾ ਰੋਗ ਆਖਿਆ, ਜਿਉਂ ਪੱਕਾ ਰੋਗੀ ਬਿਲ ਲਾਏ। ਕੋਹੜ ਦਾ ਰੋਗ ਕਰਾਉਣਾ ਆਪਣੇ ਤਨ ਨੂੰ, ਉਹ ਵੀ 1 ਜਨਮ ਨਹੀਂ 7 ਜਨਮ। ਕਿ ਗੁਰੂ ਕੀ ਸਿੱਖੀ ਧਾਰਨ ਕਰਨੀ ਹੈ ਕਿ ਗੁਰੂ ਕੀਆਂ ਖੁਸ਼ੀਆਂ ਲੈਣੀਆਂ, ਇਹ ਤੁਹਾਡੇ 'ਤੇ ਡਿਪੈਂਡ ਹੈ। ਸਤਿਗੁਰ ਨੇ ਜਨਮ ਦੇ ਦਿੱਤਾ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਜਨਮ ਦੇ ਦਿੱਤਾ, ਕਰਮ ਵਾਸਤੇ ਤੈਨੂੰ ਸੁਤੰਤਰ ਕੀਤਾ ਵੀ ਤੂੰ ਚੰਗਾ ਮਾੜਾ ਆਪਣਾ ਖੁਦ ਸੋਚ ਸਕਦਾ। ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਨ। ਮਨੁੱਖਾਂ ਦੇ ਵਿੱਚ ਵਾਧਾ ਕੀ ਹੈ ਪਸ਼ੂਆਂ ਦੇ ਨਾਲੋਂ? ਨੀਂਦ ਮਨੁੱਖਾਂ ਨੂੰ ਵੀ ਆਉਂਦੀ ਹੈ, ਪਸ਼ੂਆਂ ਨੂੰ ਵੀ ਆਉਂਦੀ ਹੈ। ਮਨੁੱਖ ਵੀ ਭੋਜਨ ਪਾਣੀ ਛਕਦਾ, ਪਸ਼ੂ ਵੀ ਖਾ ਪੀ ਕੇ ਸੌਂਦੇ ਹੈ। ਮਨੁੱਖ ਵੀ ਡਰਦਾ ਕਈਆਂ ਤੋਂ, ਕਈਆਂ ਨੂੰ ਡਰਾਉਂਦਾ ਹੈ। ਪਸ਼ੂਆਂ ਵਿੱਚ ਵੀ ਇਹੀ ਸਿਸਟਮ ਹੈ, ਕਈਆਂ ਤੋਂ ਡਰਦੇ ਆ, ਕਈਆਂ ਨੂੰ ਡਰਾਉਂਦੇ ਆ। ਇਹ ਪਸ ਪੁਰਖ ਸਮਾਨ, ਇਹ ਸਮਾਨ ਹੈ, ਬਰਾਬਰ ਹੈ ਲੱਛਣ। ਪਰ ਨਰਨ ਗਿਆਨ ਨਿਜ ਅਧਿਕਤਾ, ਮਨੁੱਖ ਨੂੰ ਆਪਣੇ ਨਿਜ ਦਾ ਗਿਆਨ ਹੈ, ਆਪਣੇ ਆਪੇ ਦਾ ਗਿਆਨ ਹੈ। ਇਹ ਆਤਮਾ ਤੋਂ ਪਰਮਾਤਮਾ ਸਰੂਪ ਹੋ ਸਕਦਾ ਹੈ। ਤੇ ਜੇਕਰ ਕਹਿੰਦੇ ਇਹ ਗਿਆਨ ਵਾਲੇ ਪਾਸੇ ਤੁਰਿਆ ਨਹੀਂ, ਗਿਆਨ ਬਿਨਾ ਪਸ ਜਾਨ, ਗਿਆਨ ਤੋਂ ਬਿਨਾ ਤਾਂ ਕਹਿੰਦੇ ਇਹਨੂੰ ਪਸ਼ੂ ਸਮਝੋ, ਪਸ਼ੂਆਂ ਸਮਾਨ ਹੈ। ਆ ਜਿਹੜੀਆਂ ਟੋਪੀਆਂ ਵੀ ਪਾਉਂਦੇ ਸਨ ਨਾ ਪੁਰਾਣੇ ਸਮਿਆਂ ਦੇ ਵਿੱਚ, ਇਹ ਵੀ ਗੁਲਾਮੀ ਦੀ ਨਿਸ਼ਾਨੀ ਸੀ। ਕਿਉਂਕਿ ਮੁਗਲਾਂ ਨੇ ਕੁਲਾ ਪਗੜੀਆਂ ਬੰਨਣੀਆਂ, ਵੱਡੀਆਂ ਵੱਡੀਆਂ ਦਸਤਾਰਾਂ, ਘੋੜ ਸਵਾਰੀ ਕਰਨੀ, ਅਤੇ ਭਾਰਤ ਵਰਸ਼ ਦੇ ਲੋਕ ਜਿਹੜੇ ਉਹਨਾਂ ਦੇ ਗੁਲਾਮ ਸਨ ਨਾ, ਇਹਨਾਂ ਨੂੰ ਨਾ ਤਾਂ ਘੋੜੇ 'ਤੇ ਸਵਾਰੀ ਕਰਨ ਦਾ ਅਧਿਕਾਰ ਸੀ। ਘੋੜੀ 'ਤੇ ਚੜ੍ਹ ਸਕਦਾ ਸੀ ਹਿੰਦੂ, ਘੋੜੇ 'ਤੇ ਨਹੀਂ। ਅਤੇ ਇਸੇ ਤਰ੍ਹਾਂ ਜਿਹੜੇ ਉੱਚੇ ਵਰਨਾਂ ਵਾਲੇ ਲੋਕ ਸਨ, ਉਹ ਪੱਗਾਂ ਬੰਨ੍ਹਦੇ ਸਨ, ਦਸਤਾਰਾਂ ਸਜਾਉਂਦੇ ਸਨ, ਪਰ ਹੇਠਲੇ ਵਰਨਾਂ ਵਾਲਿਆਂ ਨੂੰ ਨੰਗੇ ਸਿਰ ਰਹਿਣਾ ਪੈਂਦਾ ਸੀ। ਗੁਲਾਮੀ ਦੀ ਨਿਸ਼ਾਨੀ ਸੀ। ਜਦੋਂ ਉਹਨਾਂ ਨੇ ਆਖਿਆ ਵੀ ਸਾਨੂੰ ਵੀ ਥੋੜ੍ਹਾ ਬਹੁਤਾ ਅਧਿਕਾਰ ਦੇ ਦਿਓ, ਅਤੇ ਉਹਨਾਂ ਨੇ ਆ ਛੋਟੀ ਜਿਹੀ ਬਾਂਦਰ ਟੋਪੀ ਜੀ ਦੇਤੀ ਵੀ ਚਲੋ ਇੰਨਾ ਕੁ ਸਿਰ ਢੱਕ ਲਿਆ ਕਰੋ ਤੁਸੀਂ। ਆ ਜਿਹੜੀਆਂ ਗਾਂਧੀ ਟੋਪੀਆਂ ਜਾਂ ਲਈ ਫਿਰਦੇ ਹੁੰਦੇ ਆ ਟੋਪੀਆਂ ਜਾਂ ਦੇਤੀਆਂ ਵੀ ਟਿੰਡ ਜੀ ਢੱਕ ਲਿਆ ਕਰੋ ਉੱਤੋਂ ਥੋੜ੍ਹੀ ਜਿਹੀ, ਕਿਉਂਕਿ ਸਾਰਾ ਸਿਰ ਤਾਂ ਨਹੀਂ ਢੱਕ ਹੁੰਦਾ ਨਾ, ਕੰਨ ਬਾਹਰ ਰਹਿ ਜਾਂਦੇ ਆ। ਇਹ ਤਾਂ ਦਸਤਾਰ ਨਾਲ ਹੀ ਸਾਰਾ ਜਿਹੜਾ ਸਿਰ ਚੰਗੀ ਤਰ੍ਹਾਂ ਕਵਰ ਹੁੰਦਾ। ਅਤੇ ਵੇਖੋ ਸਾਡੀ ਰੱਖਿਆ ਕਿੰਨੀ ਕਰਦੀ ਹੈ। ਅੱਜ ਤੁਸੀਂ ਆ ਗਲੀ ਬਾਜ਼ਾਰ ਦੇ ਵਿੱਚ ਨਿਕਲ ਜਾਓ, ਮਾਰਕੀਟ ਦੇ ਵਿੱਚ ਜਾਓ, ਨੰਗੇ ਸਿਰ ਨਿਕਲ ਕੇ ਵਿਖਾਓ, ਨਾਲ ਦੀ ਨਾਲ ਟ੍ਰੈਫਿਕ ਵਾਲੇ ਰੋਕ ਲੈਂਦੇ ਆ ਵੀ ਖੜ੍ਹ ਜਾ, ਵੀ ਚਲਾਨ ਕਟਾ, ਹੈਲਮਟ ਨਹੀਂ ਪਾਇਆ ਹੋਇਆ। ਸਿਰ ਦੀ ਤੇਰੀ ਸੇਫਟੀ ਕੀ ਹੈ? ਅਤੇ ਕੋਈ ਸਰਦਾਰ ਹੋਵੇ, ਸਿਰ 'ਤੇ ਦਸਤਾਰ ਸਜਾਈ ਹੋਵੇ, ਮਜਾਲ ਹੈ ਕਿਸੇ ਦੀ ਕੋਈ ਹੱਥ ਦੇ ਜੇ। ਉਹਨਾਂ ਨੂੰ ਪਤਾ ਹੈ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਤਕੜਾ ਹੈਲਮਟ ਬਖਸ਼ਿਆ, ਆਹ ਦੁਮਾਲੇ ਬਖਸ਼ੇ ਹੈ। ਦੁਮਾਲਿਆਂ ਦੇ ਉੱਤੇ ਨਿਹੰਗ ਸਿੰਘ ਚੱਕਰ ਲਗਾਉਂਦੇ ਆ, ਖੰਡੇ ਲਾਉਂਦੇ ਆ, ਹੋਰ ਸ਼ਸਤਰ ਸਜਾਉਂਦੇ ਆ। ਤਾਂ ਸਜਾਉਂਦੇ ਸੀ ਵੀ ਦੁਸ਼ਮਣ ਅਚਨਚੇਤ ਵੀ ਆ ਕੇ ਵਾਰ ਕਰਦੇ ਨਾ ਸਿਰ ਦੇ ਉੱਤੇ, ਅਤੇ ਉਹ ਜਿਹੜਾ ਕੜਾ ਸਿਰ ਦੇ ਉੱਤੇ ਚੱਕਰ ਹੈ ਉਹ ਰੋਕ ਲੈਂਦਾ ਸੀ। ਸਿਰ ਦੇ ਉੱਤੇ ਐਡੇ ਐਡੇ ਵੱਡੇ ਦੁਮਾਲੇ ਸਜਾਏ, ਨੁਕਸਾਨ ਨਹੀਂ ਸੀ ਹੋਣ ਦਿੰਦੇ। ਹੱਥਾਂ ਵਿੱਚ ਪਾਇਆ ਹੋਇਆ ਕੜਾ, ਗੁਰਮੁਖ ਪਿਆਰਿਓ, ਤਲਵਾਰ ਦਾ ਜਦੋਂ ਵਾਰ ਹੁੰਦਾ ਸੀ ਨਾ, ਪਹਿਲੀ ਵਾਰ ਰੋਕ ਲੈਂਦਾ ਸੀ, ਗੁੱਟ ਨਹੀਂ ਸੀ ਕੱਟਣ ਦਿੰਦਾ। ਇਹ ਜਿਹੜੇ ਸਤਿਗੁਰਾਂ ਨੇ ਕਕਾਰ ਬਖਸ਼ੇ ਆ, ਦਾਤਾਂ ਬਖਸ਼ੀਆਂ, ਇਹਨਾਂ ਦਾ ਕੋਈ ਮੀਨਿੰਗ ਹੈ, ਮਤਲਬ ਹੈ। ਪਰ ਸਾਨੂੰ ਕੀ ਹੈ, ਸਿੱਖਾਂ ਨੂੰ ਵੀ ਅਸੀਂ ਮਤਲਬ ਸਮਝਦੇ ਫਿਰੀਏ। ਸਾਨੂੰ ਤਾਂ ਫੈਸ਼ਨਾਂ ਦੇ ਨਾਲ ਮਤਲਬ ਹੈ ਜੀ। ਫੈਸ਼ਨ ਪ੍ਰਸਤੀ ਦੇ ਵਿੱਚ ਸਾਰੀ ਦੁਨੀਆ ਹੀ ਰੁੜਦੀ ਜਾ ਰਹੀ ਹੈ। ਕਿਹਨੂੰ ਕਹੀਏ, ਕਿਹਨੂੰ ਨਾ ਕਹੀਏ। ਇਹ ਟੋਪੀਆਂ ਸੀ ਜਿਹੜੀਆਂ, ਇਹ ਵੀ ਗੁਲਾਮੀ ਦੀ ਨਿਸ਼ਾਨੀ ਸੀ। ਪਰ ਅੱਜ ਅਸੀਂ ਉਹਨਾਂ ਕ੍ਰਿਕਟਰਾਂ ਨੂੰ ਦੇਖ ਕੇ, ਐਕਟਰਾਂ ਨੂੰ ਵੇਖ ਕੇ, ਅਤੇ ਰੀਸੋ ਰੀਸੀ ਪਤਾ ਨਹੀਂ ਕਿੰਨੇ ਕੁ ਬ੍ਰਾਂਡਾਂ ਦੀਆਂ ਟੋਪੀਆਂ ਲੈ ਕੇ, ਅਤੇ ਹੋਰ ਥਾਵਾਂ 'ਤੇ ਤਾਂ ਜਾਣਾ ਹੀ ਸੀ, ਤੁਰੇ ਫਿਰੋ ਜਿੱਥੇ ਮਰਜੀ। ਜਿਸ ਗੁਰੂ ਨੇ ਮਨ੍ਹਾ ਕੀਤਾ ਉਸ ਗੁਰੂ ਨੂੰ ਆ ਕੇ ਦਿਖਾਉਂਦੇ ਆ ਵੀ ਤੁਸੀਂ ਮਨ੍ਹਾ ਕੀਤਾ, ਅਸੀਂ ਪਾ ਕੇ ਆ ਗਏ ਹਾਂ। ਫਿਰ ਸਾਡਾ ਮੱਥਾ ਟੇਕਿਆ ਪ੍ਰਵਾਨ ਹੋਊਗਾ, ਸਾਡੀ ਭੇਟਾ ਦਿੱਤੀ ਪ੍ਰਵਾਨ ਹੋਊਗੀ, ਸਾਡੀ ਸੇਵਾ ਕੀਤੀ ਪ੍ਰਵਾਨ ਹੋਊਗੀ। ਆ ਹੋਲਾ ਮਹੱਲਾ ਲੰਘ ਕੇ ਗਿਆ, ਵਿਸਾਖੀ ਲੰਘ ਕੇ ਗਈ ਹੈ, ਸ਼ਹੀਦੀ ਜੋੜ ਮੇਲੇ ਆਉਂਦੇ ਆ, ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਆਉਂਦਾ, ਸਭਾ ਲੱਗਦੀ ਹੈ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਆਪਾਂ ਜਾਂਦੇ ਹਾਂ ਨਤਮਸਤਕ ਹੋਣ ਵਾਸਤੇ, ਅੰਮ੍ਰਿਤਸਰ ਸਾਹਿਬ ਜਾਂਦੇ ਹਾਂ। ਆ ਸਾਡੇ ਨੌਜਵਾਨ, ਭਾਵਨਾ ਬਹੁਤ ਹੈ ਮਨ ਵਿੱਚ
ਐਂ ਤਿਆਰ ਬਰ ਤਿਆਰ ਹੋਣਗੇ, ਕਈ ਕਈ ਦਿਨ ਟਰੈਕਟਰਾਂ ਨੂੰ ਲਿਸ਼ਕਾਉਣਗੇ, ਵੱਡੇ ਵੱਡੇ ਸਪੀਕਰ ਲਾਉਣਗੇ ਉਹਨਾਂ ਦੇ ਉੱਤੇ, ਤੇ ਸੰਤ ਭਿੰਡਰਾਂ ਵਾਲਿਆਂ ਦੇ ਗੀਤ ਲਾਉਣੇ ਆ ਜੀ, ਇਹਦੇ ਵਿੱਚ ਕਲਗੀਆਂ ਵਾਲੇ ਦੀ ਮਹਿਮਾ ਦੇ ਗੀਤ ਲਾਉਣੇ ਆ, ਧਾਰਮਿਕ ਗੀਤ ਲਾਉਣੇ ਆ, ਚਿੱਪਾਂ ਭਰਾ ਭਰਾ ਕੇ ਰੱਖਣਗੇ। ਜਿੱਥੇ ਸਾਰੀ ਤਿਆਰੀ ਹੁੰਦੀ ਹੈ ਉੱਥੇ ਐਨ ਬਣਾ ਸਵਾਰ ਕੇ ਮੂੰਹ ਸਿਰ ਵੀ ਰਗੜਾਉਣਗੇ ਵੀ ਸਾਹਿਬਜ਼ਾਦਿਆਂ ਦੇ ਜਾਣਾ, ਵੀ ਸਾਹਿਬਜ਼ਾਦਿਆਂ ਨੂੰ ਜਾ ਕੇ ਤੂੰ ਇੱਥੇ ਆ ਭੈੜੀ ਸ਼ਕਲ ਦਿਖਾਉਣੀ ਹੈ, ਉੱਥੇ ਜਾ ਕੇ ਵੀ ਤੁਸੀਂ ਸਾਡੇ ਵਾਸਤੇ ਨੀਹਾਂ ਵਿੱਚ ਖੜ ਗਏ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਪ ਮੈਦਾਨੇ ਜੰਗ ਵਿੱਚ ਸਾਹਿਬਜ਼ਾਦਿਆਂ ਨੂੰ ਤੋਰਿਆ, ਵੀ ਇਸ ਵਾਸਤੇ ਤੋਰਿਆ ਸੀ ਵੀ ਤੁਸੀਂ ਇਹੋ ਜਿਹਾ ਮੂੰਹ ਉਹਨਾਂ ਨੂੰ ਜਾ ਕੇ ਦਿਖਾਓਗੇ। ਗੁਰਮੁਖ ਪਿਆਰਿਓ, ਗੁਰੂ ਕੀ ਸਿੱਖਿਆ ਨੂੰ ਸਮਝੀਏ। ਸਤਿਗੁਰਾਂ ਨੇ ਕਾਹਦੇ ਵਾਸਤੇ ਸਾਨੂੰ ਇਹ ਸਰਦਾਰੀਆਂ ਬਖਸ਼ੀਆਂ, ਕਾਹਦੇ ਵਾਸਤੇ ਸਰਬੰਸ ਕੁਰਬਾਨ ਕੀਤਾ? ਕਿ ਇਸ ਵਾਸਤੇ ਕੀਤਾ ਸੀ ਕਿ ਸਿੱਖ ਇਹੋ ਜਿਹਾ ਮੂੰਹ ਸਿਰ ਮੈਨੂੰ ਆ ਕੇ ਦਿਖਾਉਣਗੇ, ਕਿ ਇਸ ਵਾਸਤੇ ਸਾਡੇ ਵਡੇਰਿਆਂ ਵੱਲ, ਬਜ਼ੁਰਗਾਂ ਵੱਲ ਹੱਥ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਆਖਿਆ ਸੀ, ਜਦੋਂ ਮਾਤਾਵਾਂ ਨੇ ਪੁੱਛਿਆ ਮਹਾਰਾਜ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਪੁੱਤਰ ਕਿੱਥੇ ਹੈ? ਤਾਂ ਕਲਗੀਆਂ ਵਾਲੇ ਬਾਪੂ ਨੇ ਗੁਰੂ ਕੇ ਸਿੱਖੋ ਸਾਡੇ ਬਜ਼ੁਰਗਾਂ ਵੱਲ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹਜ਼ਾਰਾਂ ਹੀ ਜਿਉਂਦੇ ਆ, ਇਹਨਾਂ ਵਾਸਤੇ ਵਾਰ ਦਿੱਤੇ ਆ, ਇਹਨਾਂ ਹਜ਼ਾਰਾਂ ਨੂੰ ਜਿਉਂਦਿਆਂ ਰੱਖਣ ਵਾਸਤੇ। ਤੇ ਕੀ ਅੱਜ ਅਸੀਂ ਜਿਉਂਦਿਆਂ ਵਿੱਚ ਹੈ? ਅਸੀਂ ਤਾਂ ਆਤਮਿਕ ਤੌਰ 'ਤੇ ਮਰ ਗਏ ਹਾਂ। ਸਾਡੀ ਆਤਮਾ ਸਾਨੂੰ ਲਾਹਣ ਤਾਂ ਕਦੇ ਪਾਉਂਦੀ ਨਹੀਂ ਵੀ ਗੁਰੂ ਨੇ ਸਰਬੰਸ ਕਿਹਦੇ ਵਾਸਤੇ ਵਾਰਿਆ। ਸਾਡੀ ਆਤਮਾ ਸਾਨੂੰ ਹਿਲਾਉਣ ਦੀ ਨਹੀਂ ਕਦੇ ਵੀ ਅੰਦਰੋਂ। ਬਸ ਅਸੀਂ ਤਾਂ ਆਏ 10 ਰੁਪਏ ਰੱਖੇ, ਮੱਥਾ ਟੇਕਿਆ ਤੇ ਗਾਂਹ ਤੁਰ ਜਾਂਦੇ ਹਾਂ। ਕੀ ਗੁਰੂ ਦੀ ਖੁਸ਼ੀ ਪ੍ਰਾਪਤ ਹੋਏਗੀ? ਨਹੀਂ ਗੁਰਮੁਖ ਪਿਆਰੋ, ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਹੈ ਤਾਂ ਸਾਬਤ ਸੂਰਤ ਹੋਈਏ, ਕੇਸ ਦਾੜਾ ਸਾਬਤ ਰੱਖੀਏ, ਝਗੜੀਏ ਨਾ ਐਵੇਂ ਗੱਲ ਗੱਲ ਦੇ ਉੱਤੇ ਵੀ ਤੁਸੀਂ ਕਹਿ ਕਿਵੇਂ ਦਿੱਤਾ, ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ? ਅਸੀਂ ਗੁਰੂ ਕੇ ਸਿੱਖ ਹੁੰਦੇ ਆ ਕਹਿਣ ਵਾਲੇ, ਅਸੀਂ ਗੁਰੂ ਕੇ ਪ੍ਰਚਾਰਕ ਹੁੰਦੇ ਆ ਕਹਿਣ ਵਾਲੇ। ਗੁਰੂ ਨੇ ਸਾਡੀ ਡਿਊਟੀ ਲਾਈ ਹੈ। ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਈ ਜਾਣਾ ਵੀ ਲੁੱਟੇ ਨਾ ਜਾਇਓ, ਜਾਗਦੇ ਰਹੋ, ਚੋਰ ਪੈ ਗਏ ਆ ਤੁਹਾਡੇ ਘਰ ਨੂੰ। ਤੇ ਇਹ ਤੇ ਹੁਣ ਲੋਕਾਂ ਤੇ ਡਿਪੈਂਡ ਹੈ ਨਾ, ਉਹਨਾਂ ਤੇ ਨਿਰਭਰ ਕਰਦਾ ਨਾ ਵੀ ਉਹ ਜਾਗਦੇ ਆ ਕਿ ਘੁਰਾੜੇ ਮਾਰ ਕੇ ਸੌਂ ਜਾਂਦੇ ਆ। ਸੌਂ ਜਾਓਗੇ ਤਾਂ ਲੁੱਟੇ ਜਾਓਗੇ, ਤੇ ਜੇ ਗੁਰੂ ਕੀ ਸਿੱਖਿਆ, ਗੁਰੂ ਕੇ ਬਚਨ ਸੁਣ ਕੇ ਜਾਗਦੇ ਰਹੋਗੇ, ਚੌਕੀਦਾਰਾਂ ਦਾ ਹੋਕਾ ਸੁਣ ਲਓਗੇ, ਭਲਾ ਤੁਹਾਡਾ ਹੋਣਾ ਹੈ। ਤੇ ਨਹੀਂ ਤੇ ਗੁਰਮੁਖ ਪਿਆਰਿਓ, ਤੁਹਾਡੇ ਨਾਲ ਆਪਣਾ ਸੰਬੰਧ ਕੀ ਹੈ? ਦੇਖੋ, ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਨੂੰ ਨਹੀਂ ਜਾਣਦਾ, ਕੌਣ ਕਿੱਥੋਂ ਆਇਆ, ਕਿੱਡੀ ਦੂਰੋਂ ਚੱਲ ਕੇ ਸ਼ਰਧਾ ਭਾਵਨਾ ਨਾਲ ਆਏ ਹੋ। ਗੁਰੂ ਕੀ ਗੱਲ ਤੁਹਾਨੂੰ ਸੁਣਾਉਂਦੇ ਆ ਤਾਂ ਤੁਸੀਂ ਆ ਕੇ 10 ਰੁਪਏ ਇੱਥੇ ਆ ਕੇ ਕਥਾ ਕੀਰਤਨ ਦੇ ਸਤਿਕਾਰ ਵਿੱਚ ਰੱਖ ਦਿੰਦੇ ਹੋ। ਤੇ ਇਹੀ ਹੈ ਵੀ ਤੁਸੀਂ ਵੱਧ ਤੋਂ ਵੱਧ ਨਾ ਰੱਖੋਗੇ, ਪਰ ਇਹ ਥੋੜ੍ਹੀ ਹੈ ਵੀ ਅਸੀਂ ਗੁਰੂ ਕੀ ਗੱਲ ਕਰਨੋਂ ਹਟ ਜਾਈਏ, ਗੁਰੂ ਕਾ ਸਿਧਾਂਤ ਛੱਡ ਦਈਏ। ਨਹੀਂ ਭਾਈ, ਇਹ ਸਾਡਾ ਫਰਜ਼ ਹੈ ਪ੍ਰਚਾਰਕਾਂ ਦਾ। ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ। ਸਤਿਗੁਰੂ ਜੀ ਕਹਿੰਦੇ ਜੇ ਧਰਮੀ ਹੈ ਨਾ ਤਾਂ ਧਰਮ ਦੀ ਗੱਲ ਦੱਸ, ਐਵੇਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ, ਕਿਸੇ ਦੇ ਦਬਾਅ ਹੇਠ ਆ ਕੇ ਗੁਰੂ ਕੀ ਗੱਲ ਕਰਨੋਂ ਨਾ ਹਟ ਜੀ। ਤੂੰ ਬੇਝਿਜਕ ਹੋ ਕੇ ਕਹਿ, ਨਿਡਰ ਹੋ ਕੇ ਕਹਿ, ਜਿਹੜਾ ਗੁਰੂ ਕਾ ਸਿਧਾਂਤ ਹੈ। ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਇਹ ਤਾਂ ਗੁਰੂ ਕਾ ਸਿਧਾਂਤ ਹੈ, ਗੁਰੂ ਕੀ ਗੱਲ ਹੈ। ਨਿਧੜਕ ਹੋ ਕੇ ਇਹਨੂੰ ਕਹਿ। ਸੋ ਭਾਈ, ਗੁਰੂ ਕਾ ਸਿਧਾਂਤ ਤੁਹਾਨੂੰ ਦੱਸਿਆ ਤੇ ਪਿਆਰ ਨਾਲ ਮੰਨ ਲਓਗੇ ਤੇ ਬਹੁਤ ਵਧੀਆ ਗੱਲ ਹੈ, ਤੇ ਨਾ ਮੰਨੋਗੇ ਤੇ ਮੈਂ ਕਿਹੜਾ ਇੱਥੇ MLA ਦੀ ਸੀਟ ਲੜਨੀ ਹੈ, ਜਲੰਧਰ ਤੋਂ ਵੀ ਤੁਸੀਂ ਵੋਟ ਨਾ ਪਾਓਗੇ, ਫਿਰ ਤੁਹਾਡੀ ਮਰਜ਼ੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀਆਂ ਸੰਗਤਾਂ ਨੂੰ, ਕਹਿੰਦੇ ਭਾਈ ਜਿਹੜਾ ਦੁੱਖਣ ਸੀ ਨਾ, ਉਹਨੂੰ ਭੂਖਣ ਬਣਾ ਲਿਆ ਲੋਕਾਂ ਨੇ। ਮਿਲੀ ਤਾਂ ਸਜ਼ਾ ਸੀ ਮੂੰਹ ਸਿਰ ਮੁੰਨਣ ਦੀ, ਪਰ ਉਹ ਕਹਿਣ ਲੱਗੇ ਵੀ ਇਹ ਤਾਂ ਧਰਮ ਦੀ ਗੱਲ ਹੈ, ਇਹ ਮੁੰਡਨ ਕਰਨਾ ਇਹ ਧਾਰਮਿਕ ਗੱਲ ਹੈ, ਇਹ ਧਰਮ ਦੇ ਵਿੱਚ ਇਹਦੀ ਪ੍ਰਵਾਨਗੀ ਦਿੱਤੀ ਹੈ। ਪ੍ਰਵਾਨਗੀ ਨਹੀਂ ਬਲਕਿ ਜ਼ਰੂਰੀ ਕਰਾਰ ਦਿੱਤਾ ਵੀ ਇਸ ਤਰ੍ਹਾਂ ਕਰਨਾ ਹੀ ਚਾਹੀਦਾ। ਤੇ ਅਨੇਕਾਂ ਪ੍ਰਕਾਰ ਦੀਆਂ ਦਲੀਲਾਂ ਦੇ ਕੇ ਝਗੜਦੇ ਹਨ। ਚੋਰ ਠਗਨ ਕੇ ਕਾਰਨ ਬੰਧਨ ਸੰਗਲ ਕੀਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਚੋਰਾਂ ਠੱਗਾਂ ਦੇ ਵਾਸਤੇ, ਕਹਿੰਦੇ ਕੋਈ ਚੋਰੀ ਕਰਨ ਵਾਲਾ ਚੋਰ ਹੋਵੇ, ਠੱਗੀ ਮਾਰਨ ਵਾਲਾ ਠੱਗ ਹੋਵੇ, ਤਾਂ ਕਹਿੰਦੇ ਉਹਨਾਂ ਨੂੰ ਬੰਨ੍ਹਣ ਵਾਸਤੇ ਕਹਿੰਦੇ ਸੰਗਲ ਬਣਾਏ ਜਾਂਦੇ ਆ, ਸੰਗਲਾਂ ਦਾ ਪ੍ਰਬੰਧ ਕੀਤਾ ਜਾਂਦਾ, ਜੰਜ਼ੀਰਾਂ ਦਾ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਵਿਦ ਜਿਹੜੇ ਮੰਨਣ ਵਾਲੇ, ਕਰਨ ਵਾਲੇ ਕਰਮ ਹੈ, ਨਖੇਦ ਜਿਨ੍ਹਾਂ ਤੋਂ ਮਨਾ ਕੀਤਾ ਗਿਆ, ਤੇ ਸੁਰਗਾਪੁਰੀ ਜਿਹੜੀ ਸੁਰਗਾਂ ਦੇ ਵਿੱਚ ਜਾਣਾ, ਨਰਕਾਂ ਦੇ ਵਿੱਚ ਜਾਣਾ, ਕਹਿੰਦੇ ਇਸ ਪ੍ਰਕਾਰ ਲੋਕਾਂ ਨੂੰ ਕਹਿੰਦੇ ਬ੍ਰਾਹਮਣਾਂ ਨੇ ਕਹਿ ਦਿੱਤਾ। ਫਿਰ
ਕਹਿੰਦੇ ਵੀ ਜਿਹੜੇ ਵਿਧ ਕਰਮ ਕਰੋਗੇ, ਜਿਹੜੇ ਵੇਦਾਂ ਵਿੱਚ ਲਿਖਿਆ ਕਰਨਯੋਗ ਹੈ ਵੀ ਕੇਸ ਮਨਾਉਣੇ ਜ਼ਰੂਰੀ ਹੈ, ਇਹ ਕਰੋਗੇ ਤਾਂ ਕਹਿੰਦੇ ਤੁਸੀਂ ਸੁਰਗਾਂ 'ਚ ਜਾਓਗੇ, ਜੇ ਨਾ ਕਰੋਗੇ ਫਿਰ ਕਹਿੰਦੇ ਤੁਸੀਂ ਨਰਕਾਂ ਵਿੱਚ ਜਾਓਗੇ। ਇਉਂ ਸੁਰਗ ਨਰਕ ਦੀਆਂ ਗੱਲਾਂ ਕੀਤੀਆਂ। ਸੰਤ ਭਗਤ ਭਗਵੰਤ ਕੇ ਇਨ ਪਰ ਦੰਦ ਨ ਜੋਏ। ਪਰ ਜਿਹੜੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਈ, ਨਾਨਕਾ ਪੂਰਨ ਸੋਈ। ਸੰਤ ਹਨ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ, ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਕਹਿੰਦੇ ਇਹਨਾਂ ਦੇ ਉੱਤੇ ਕਹਿੰਦੇ ਇਹ ਦੁੰਦ ਨਾ ਜੋਏ, ਇਹਨਾਂ ਦੋਵਾਂ ਦਾ ਅਸਰ ਹੀ ਨਹੀਂ ਹੁੰਦਾ। ਵਿੱਤ ਅਵਿੱਤ ਜਿਹੜੇ ਕਰਮ ਹੈ, ਸੁਰਗ ਨਰਕ ਹੈ, ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਉਹ ਤਾਂ ਦੋਵਾਂ ਤੋਂ ਹੀ ਮੁਕਤੇ ਹੋ ਗਏ। ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਦੋਵੇਂ ਰੱਦ ਕਰ ਦਿੱਤੇ ਰੱਬ ਦੇ ਪਿਆਰਿਆਂ ਨੇ, ਦੋਵਾਂ ਦਾ ਕੋਈ ਅਸਰ ਨਹੀਂ, ਕੋਈ ਦੁੱਖ ਸੁੱਖ ਨਹੀਂ ਹੈ। ਕਹਿੰਦੇ ਜਿਵੇਂ ਮੁਸਾਹਿਬ ਹੁੰਦੇ ਆ, ਭੂਪ ਦੇ ਰਾਜੇ ਦੇ ਮੰਤਰੀ ਸੰਤਰੀ ਹੁੰਦੇ ਆ, ਜਾਣਕਾਰ ਹੁੰਦੇ ਆ ਨਾ ਜਿਹੜੇ, ਉਹਨਾਂ ਨੂੰ ਕਹਿੰਦੇ ਸਭਾ ਵਿੱਚ ਜਾਣੋ, ਦੀਵਾਨ ਵਿੱਚ ਜਾਣੋ, ਕੋਈ ਪਹਿਰੇਦਾਰ ਰੋਕਦਾ ਨਹੀਂ। ਇਸੇ ਤਰ੍ਹਾਂ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ, ਉਹਨਾਂ ਨੂੰ ਫਿਰ ਕਹਿੰਦੇ ਦਰਗਾਹ ਵਿੱਚ ਜਾਣੋ ਨਹੀਂ ਕੋਈ ਰੋਕ ਸਕਦਾ। ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਜਹੈ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਿਹੜੇ ਜਮਾਂ ਦੇ ਰਸਤੇ ਕਹਿੰਦੇ ਦੁਨੀਆ ਦੇ ਲੋਕਾਂ ਨੂੰ, ਦੁਨੀਆਦਾਰਾਂ ਨੂੰ ਜਾਣਾ ਪੈਂਦਾ ਨਾ, ਉਹ ਬਾਟ ਉਹ ਰਸਤਾ ਤਾਂ ਉਹਨਾਂ ਤੋਂ ਦੂਰ ਰਹਿ ਗਿਆ। ਜਿਹ ਪੈਡੈ ਲੂਟੀ ਪਨਿਹਾਰੀ, ਸੋ ਮਾਰਗ ਸੰਤਨ ਦੂਰਾਰੀ। ਰੱਬ ਦੇ ਪਿਆਰਿਆਂ ਤੋਂ ਉਹ ਮਾਰਗ, ਉਹ ਰਸਤਾ ਦੂਰ ਰਹਿ ਗਿਆ। ਜਿਹੜੇ ਰਸਤੇ ਵਿੱਚ ਜਮ ਜਗਾਤ ਦੇ ਵਿੱਚ ਹੀ ਧਰਮ ਕਰਮ ਲੁੱਟ ਲੈਂਦੇ ਆ, ਕਰਮ ਧਰਮ ਪਾਖੰਡ ਜੋ ਦਿਸੈ ਤਨ ਜਮ ਜਾਗਾਤੀ ਲੁੱਟੈ, ਕਹਿੰਦੇ ਉਸ ਰਸਤੇ ਨਹੀਂ ਉਹਨਾਂ ਨੂੰ ਜਾਣਾ ਪੈਂਦਾ। ਸੋ ਰੱਬ ਦੇ ਪਿਆਰੇ ਜਿਹੜੇ ਆ ਉਹ ਪਰਮੇਸ਼ਰ ਦੇ ਰਸਤੇ ਚੱਲਦੇ ਹੋਏ ਸਿੱਧੇ ਉਹਦੀ ਦਰਗਾਹ ਦੇ ਵਿੱਚ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹਦੀ ਦਰਗਾਹ ਵਿੱਚ ਉਜਲੇ ਮੁਖ ਹੋ ਕੇ ਜਾਂਦੇ ਆ। ਜਿਹੜੇ ਕੇਸਾਂ ਦੀ ਸੰਭਾਲ ਕਰਦੇ ਆ, ਰੱਬ ਦਾ ਨਾਮ ਜਪਦੇ ਆ, ਅੰਮ੍ਰਿਤ ਛਕਦੇ ਆ, ਰਹਿਤ ਵਿੱਚ ਤਿਆਰ ਬਰ ਤਿਆਰ ਰਹਿੰਦੇ ਆ, ਗੁਰੂ ਕੇ ਬਚਨਾਂ 'ਤੇ ਭਰੋਸਾ ਕਰਦੇ ਆ। ਸਤਿਗੁਰੂ ਜੀ ਨੇ ਤਾਂ ਕੇਸਾਂ ਨੂੰ 5 ਕਕਾਰਾਂ ਦੇ ਵਿੱਚੋਂ ਇੱਕ ਕਹਿ ਦਿੱਤਾ। ਕੇਸਾਂ ਤੋਂ ਬਿਨਾਂ ਬਾਕੀ 4 ਕਕਾਰ ਧਾਰਨ ਕਰੀ ਫਿਰੇ, ਉਹਨੂੰ ਸਿੰਘ ਨਹੀਂ ਕਿਹਾ ਜਾਏਗਾ, ਸਿੱਖ ਨਹੀਂ ਕਿਹਾ ਜਾਏਗਾ, ਗੁਰਸਿੱਖ ਨਹੀਂ ਕਿਹਾ ਜਾਏਗਾ। ਬਾਕੀ ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਆਪਾਂ ਕੇਸਾਂ ਦੇ ਸੰਬੰਧ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਆਓ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗੁਰੂ ਕੇ ਬਚਨ, ਸਤਿਗੁਰੂ ਦੀ ਆਗਿਆ, ਸਤਿਗੁਰ ਦਾ ਹੁਕਮ ਮੰਨ ਕੇ ਜਾਣਨੇ, ਮਨ ਦੇ ਵਿੱਚ ਧਾਰਨ ਕਰਨੇ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ।